Like the video, subscribe to the channel and press the bell icon for latest video updates. ਜਾਨਕਿਆ ਇੱਕ ਜਗ੍ਹਾ ਗੱਲ ਕਹਿੰਦਾ ਹੈ, ਕਹਿੰਦਾ ਜਿਸ ਦੇਸ਼ ਦਾ ਰਾਜਾ ਵਪਾਰੀ ਹੋ ਜਾਏ ਨਾ ਤੇ ਉਹਨੂੰ ਪ੍ਰਜਾ ਨੂੰ ਭਿਖਾਰੀ ਹੋਣ ਲੱਗਿਆ ਕੋਈ ਸਮਾਂ ਨਹੀਂ ਲੱਗਦਾ। ਇਹ ਰਾਜਾ ਤਾਂ ਵਪਾਰ ਕਰ ਰਿਹਾ, ਰਾਜਾ ਤਾਂ ਕਹਿ ਰਿਹਾ ਮੈਂ ਰਿਫਾਈਨਰੀਆਂ ਵੀ ਅੰਬਾਨੀ ਨੂੰ ਦੇਣੀਆਂ, ਮੈਂ 에ਅਰਲਾਈਨਾਂ ਵੀ ਅੰਬਾਨੀ ਨੂੰ ਦੇਣੀਆਂ, ਮੈਂ ਟੈਲੀਫੋਨ ਵੀ ਅੰਬਾਨੀ ਨੂੰ ਦੇਣੇ ਆ। ਤੇ ਫਿਰ ਲੋਕ ਕੀ ਕਰਨਗੇ? ਹੁਣ ਤਾਂ ਰੇਲਵੇ ਵੀ ਦੇਣ ਦੀ ਤਿਆਰੀ ਹੋਈ ਹੈ। ਕਈ ਵਾਰੀ ਅਹਿਮਕਾਨਾ ਗੱਲਾਂ ਕਰਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਖਿੱਚਦੇ। ਕਦੀ ਕਹਿੰਦੇ ਆ ਜੀ ਅਸੀਂ ਰਾਫੇਲ ਜਹਾਜ਼ ਲੈ ਲਏ 4, ਹੁਣ ਸਾਡੀ ਤਾਕਤ ਬਹੁਤ ਵੱਧ ਗਈ। ਉਹ ਜਿੱਥੋਂ ਲਿਆਂਦੇ ਆ ਫਰਾਂਸ ਕੋਲ, ਉਹਨਾਂ ਕੋਲ ਹਜ਼ਾਰਾਂ ਹੀ ਆ, ਉਹਨਾਂ ਦੀ ਤਾਂ ਤਾਕਤ ਵਧੀ ਨਹੀਂ। ਆਪਣੀ ਗੱਲ ਧੱਕੇ ਨਾਲ ਬਣਾਉਣ ਦੀ ਗੱਲ ਕਰਦੇ, ਉਹ ਕਦੀ ਬਹੁਤੀ ਦੇਰ ਲੀਡਰ ਨਹੀਂ ਬਣੇ ਰਹਿ ਸਕਦੇ। ਰਾਜਨੀਤਿਕ ਤੌਰ ਤੇ ਉਹ ਬੰਦੇ ਕਾਮਯਾਬ ਹੁੰਦੇ ਜਿਹੜੇ ਲੋਕਾਂ ਦੇ ਦਿਲ 'ਚ ਵੱਸਦੇ। ਉਹ ਦਿਲ 'ਚ ਵਸਣ ਦੇ ਲਈ ਉਹਨਾਂ ਨੂੰ ਆਪਣੇ ਲੋਕਾਂ ਦਾ ਭਰੋਸਾ ਜਿੱਤਣਾ ਪੈਣਾ। ਤੇ ਭਰੋਸਾ ਜਿੱਤਣ ਤੋਂ ਬਾਅਦ ਉਹਨਾਂ ਨਾਲ ਰਹਿ ਲੈਣੀ, ਉਹਨਾਂ ਨਾਲ ਕਰਨ ਰਾਏ ਵੀ ਅਸੀਂ ਇਹ ਕਾਨੂੰਨ ਵਾਪਸ ਲੈ ਲੈਣੇ, ਪਰ ਮੈਂ ਤੁਹਾਡੀ ਬਿਹਤਰੀ ਚਾਹੁੰਦਾ, ਤੁਸੀਂ ਦੱਸੋ ਕਿੱਦਾਂ ਬਿਹਤਰੀ ਹੋ ਸਕਦੀ ਆ। ਉਹ ਸਲਾਹ ਕਰਕੇ ਕਾਨੂੰਨ ਬਣਾ ਲੈਣ। ਦਰਸ਼ਕੋ, ਕਿਸਾਨੀ ਸਟਰਗਲ ਦੀ ਅਸੀਂ ਗੱਲ ਕਰਨ ਲੱਗੇ ਹੈਗੇ। ਅੱਜ ਦੀ ਧੁੰਦ ਤੇ ਠੰਡ ਵਿੱਚ ਵੀ ਜਿਹੜੇ ਸਾਡੇ ਕਿਸਾਨ ਹੈਗੇ ਦਿੱਲੀ ਦੇ ਚਾਰੋਂ ਪਾਸੇ ਜਿਹੜੇ ਧੁੰਦ ਵਿੱਚ ਹੋਏ ਨੇ, ਉਹਨਾਂ ਨੂੰ ਘਰ ਹੀ ਇੰਨੀ ਠੰਡ ਲੱਗਦੀ ਹੈਗੀ ਆ। ਪੰਜਾਬ ਦੇ ਕਿਸਾਨ ਤੇ ਆਕਾਸ਼ ਵਿੱਚ ਤੇ ਇੰਨੀ ਠੰਡ ਵਿੱਚ ਕਿਸਾਨੀ ਹੋਏ। ਪ੍ਰਾਈਮ ਮਿਨਿਸਟਰ ਚਾਹੀਦਾ ਹੈਗਾ ਵੀ ਇਹਨਾਂ ਇਦਾਂ ਦੀ ਸਮੱਸਿਆ ਦਾ ਇਮੀਡੀਏਟਲੀ ਹੱਲ ਕੀਤਾ ਜਾਵੇ। ਜਾਂ ਕੰਟਰੀ ਦੇ ਹੈਡ ਦੀ ਪ੍ਰੋਪਰ ਰੀਜ਼ਨੇਬਲ ਭੂਮਿਕਾ ਨਿਭਾਉਣੀ ਚਾਹੀਦੀ ਹੈਗੀ। ਸਾਡੇ ਨਾਲ ਆਨਲਾਈਨ ਪੰਗਾਂ ਤੋਂ ਜੁੜੇ ਨੇ ਮਾਨਯੋਗ ਸੁਖਦੇਵ ਸਿੰਘ ਭੌਰ ਜੀ, ਜੋ ਕਿ ਰਿਨਾਊਨਡ ਐਡਵੋਕੇਟ ਆ, ਸਿੱਖ ਸਕਾਲਰ ਹੈਗੇ ਆ ਤੇ ਵੱਖ-ਵੱਖ ਪੋਲੀਟੀਕਲ ਤੇ ਧਾਰਮਿਕ ਜਥੇਬੰਦੀਆਂ ਨਾਲ ਵੀ ਬਹੁਤ ਅਹਿਮ ਜੁੜੇ ਰਹੇ ਹੈਗੇ ਆ। ਭੌਰ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈਗਾ। ਮਿਹਰਬਾਨੀ ਜੀ, ਧੰਨਵਾਦ। ਭੌਰ ਸਾਹਿਬ, ਤੁਸੀਂ ਕੀ ਦੇਖਦੇ ਹੋ ਇਹਦੀ ਜਿਹੜੀ ਲੇਟੈਸਟ ਸਥਿਤੀ ਆ ਕਿਸਾਨੀ ਸਟਰਗਲ ਦੀ? ਇੰਨੀ ਠੰਡ ਹੈਗੀ ਆ, ਫਿਰ ਵੀ ਕਿਸਾਨ ਡਟੇ ਹੈਗੇ, ਬਲਕਿ ਜਿਹੜੀ ਸਰਕਾਰ ਆ ਉਲਟੇ ਜਿਹੜੇ ਸਿੱਧੇ ਇਲਜ਼ਾਮ ਲਗਾ ਕੇ ਆਪਣੇ ਨੈਸ਼ਨਲ ਚੈਨਲ ਤੇ ਸਿੱਖਾਂ ਨੂੰ ਬਦਨਾਮ ਵੀ ਕਰ ਰਹੀ ਆ। ਦੇਖੋ, ਇਹ ਬੜੀ ਬਦਕਿਸਮਤੀ ਹੈ ਮੁਲਕ ਦੀ ਵੀ ਦੇਸ਼ ਦੇ ਲੱਖਾਂ ਹੀ ਲੋਕ ਆਪਣੇ ਹੁਕਮਰਾਨਾਂ ਨੂੰ ਆਪਣੀ ਹੋਣੀ ਦਾ ਅਹਿਸਾਸ ਕਰਾਉਣ ਦੇ ਲਈ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਆ। ਉਹਨਾਂ ਦੀ ਸਾਰ ਲੈਣ ਦੀ ਬਜਾਏ, ਕੋਈ ਉਹਨਾਂ ਦੀ ਗੱਲ ਸਮਝਣ ਦੀ ਬਜਾਏ, ਸਗੋਂ ਉਹਨਾਂ ਨੂੰ ਝੇਡਾਂ ਕੀਤੀਆਂ ਜਾ ਰਹੀਆਂ, ਸਗੋਂ ਉਹਨਾਂ ਨੂੰ ਮਖੌਲ ਕੀਤਾ ਜਾ ਰਿਹਾ। ਕਦੀ ਉਹਨਾਂ ਨੂੰ ਵਿਚੋਲੀਏ ਕਹਿ ਕੇ, ਕਦੀ ਦੇਸ਼ ਵਿਰੋਧੀ ਅਨਸਰ ਕਹਿ ਕੇ, ਕਦੀ ਖਾਲਿਸਤਾਨ ਕਹਿ ਕੇ, ਕਦੀ ਉਹਨਾਂ ਨੂੰ ਮਾਓਇਸਟ ਕਹਿ ਕੇ। ਇਹ ਜਿਹੜੀ ਮੈਂ ਸਮਝਦਾ ਵੇਸਲਾਪਨ ਹੈ, ਔਰ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਇਹ ਮੁਲਕ ਦੇ ਲਈ ਕੋਈ ਬਹੁਤ ਲਾਹੇਵੰਦਾ ਨਹੀਂ ਹੈ। ਇਹਦੇ ਨਾਲ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਅਸ਼ਾਂਤੀ ਫੈਲਣ ਦੇ ਚਾਂਸਸ ਹੈ। ਔਰ ਤੁਸੀਂ ਇਹ ਦੇਖੋ ਵੀ 6 ਮੀਟਿੰਗਾਂ 8-8 ਘੰਟੇ ਦੀਆਂ ਸੈਂਟਰ ਗਵਰਨਮੈਂਟ ਦੀਆਂ ਕਿਸਾਨ ਲੀਡਰਾਂ ਦੇ ਨਾਲ ਹੋਈਆਂ। ਉਹ 8-8 ਘੰਟੇ ਦੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਨਹੀਂ ਸਮਝਾ ਸਕੇ ਕਿਸਾਨ ਵੀਰਾਂ ਨੂੰ ਵੀ ਇਹ ਤੁਹਾਡੇ ਇਹਦੇ ਚ ਕਿਹੜੇ ਫਾਇਦੇ ਆ ਤੇ ਕਿਹੜੇ ਨੁਕਸਾਨ। ਇਹਦੇ ਉੱਤੇ ਬੈਠੇ ਆ ਤੇ ਸਿਰਫ ਜਿਹਦੇ ਆ ਇਹ ਵੀ ਕਹੀ ਜਾਂਦੇ ਆ ਵੀ ਅਸੀਂ 99% ਜਿਹੜੇ ਜੀ ਤੁਹਾਡੀਆਂ ਅਮੈਂਡਮੈਂਟ ਕਰਤੀਆਂ, 99% ਇਹਨੂੰ ਦਰੁਸਤ ਕਰ ਦਿੱਤਾ। ਜਿਹੜਾ ਕਾਨੂੰਨ 99% ਗਲਤ ਸੀਗਾ ਤੇ ਤੁਸੀਂ 1% ਨੂੰ ਵੀ ਕਿਉਂ ਖਤਮ ਕਰ ਦਿਓ? ਬਿਲਕੁਲ ਠੀਕ ਹੈ। ਇਹ ਤੇ ਭੌਰ ਸਾਹਿਬ, ਇੱਕ ਹੋਰ ਹੁਣ ਮੈਂ ਹਾਸੋ ਹੀ ਨਹੀਂ ਗੱਲ ਕਹਾਂਗਾ। ਬੀਇੰਗ ਪ੍ਰਾਈਮ ਮਿਨਿਸਟਰ, ਮੋਦੀ ਸਾਹਿਬ ਗੁਜਰਾਤ ਵਿੱਚ 10 ਪਤਾ ਨਹੀਂ ਸਿੱਖ ਸੀਗੇ ਜਾਂ ਨਹੀਂ ਸੀਗੇ, ਜਾਂ ਵੈਸੇ ਉਹ ਦਾੜੀ ਮੁੱਛ ਲਾ ਕੇ ਪਗੜੀ ਬੰਨ ਕੇ ਉਹਨਾਂ ਨਾਲ ਇੰਟਰੈਕਟ ਕਰ ਰਹੇ ਹੈਗੇ ਆ। ਜਦ ਕਿ 3 ਕਰੋੜ ਸਿੱਖ ਜਿਹੜੇ ਹੈਗੇ ਆ ਪੰਜਾਬ ਦੇ, ਜਾਂ ਉੱਥੇ ਜਿਹੜੇ 3 ਲੱਖ ਹੈਗੇ ਆ ਦਿੱਲੀ, ਉਹਨਾਂ ਨਾਲ ਕਿਉਂ ਨਹੀਂ ਗੱਲ ਕਰ ਸਕਦੇ ਹੈਗੇ? ਦੇਖੋ, ਜਿਹੜੇ ਲੋਕ ਸੰਘਰਸ਼ ਕਰ ਰਹੇ ਆ, ਗੱਲ ਤੇ ਉਹਨਾਂ ਨਾਲ ਮੁਕਾਉਣੀ ਚਾਹੀਦੀ ਹੈ। ਉਹਨਾਂ ਲੋਕਾਂ ਨਾਲ ਕਾਹਦੀ ਗੱਲ ਹੈ ਜਿਨ੍ਹਾਂ ਨੂੰ ਲੋਕਾਂ ਨੇ ਸੰਘਰਸ਼ ਵਿੱਚ ਇੱਕ ਦਿਨ ਵੀ ਨਹੀਂ ਦੇਖਿਆ? 40 ਜਥੇਬੰਦੀਆਂ, 40 ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਲੜ ਰਹੀਆਂ, ਆਪਣੀ ਹੋਣੀ ਦਾ ਸੰਘਰਸ਼ ਲੜ ਰਹੀਆਂ। ਔਰ ਉਹ 40 ਦੇ ਨਾਲ ਉਹ 8-8 ਘੰਟੇ ਮੀਟਿੰਗਾਂ ਕਰਦੇ ਰਹੇ। ਔਰ ਮੋਦੀ ਸਾਹਿਬ ਦੱਸਣ ਵੀ ਜਿਹਨਾਂ ਨਾਲ ਉਹ ਗੱਲਾਂ ਕਰ ਰਹੇ ਉਹ ਵੀ ਕਿਸੇ ਮੀਟਿੰਗ ਚ ਆਏ ਜਾਂ ਉਹਨਾਂ ਨੂੰ ਕਦੀ ਕਿਸੇ ਨੇ ਕਿਸੇ ਪੜਾਅ ਦੇ ਉੱਤੇ ਦੇਖਿਆ, ਕਿਸੇ ਬਾਰਡਰ ਦੇ ਉੱਤੇ ਦੇਖਿਆ, ਜਾਂ ਠੰਡ ਦੇ ਵਿੱਚ ਠੁਰ ਕਰਦਿਆਂ ਨੂੰ ਆਪਣੀ ਰੋਸ ਮੁਜ਼ਾਹਰਾ ਕਰਦਿਆਂ ਦੇਖਿਆ ਕਿਸੇ ਨੇ? ਇਹ ਇੱਕ ਹੋਰ ਵੱਡੀ ਗਲਤੀ ਹੋ ਰਹੀ ਹੈ
ਪਹਿਲਾਂ ਤਾਂ ਇਹ ਕਹਿ ਕੇ ਨਾ ਕਿ ਦੇਸ਼ ਵਿਰੋਧੀ ਅੰਸਰ ਹੈ, ਤੇ ਹੁਣ ਉਹਨਾਂ ਦੇ ਪੈਰਲਲ ਫੋਰਸਿਸ ਖੜੀਆਂ ਕਰਕੇ ਇਸ ਸੰਘਰਸ਼ ਨੂੰ ਖਤਮ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਇਹ ਕਾਮਯਾਬ ਨਹੀਂ ਹੋਣੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁੱਸਾ ਹੋਰ ਵੱਧ ਜਾਣਾ। ਹਾਂਜੀ ਹਾਂਜੀ। ਇੱਕ ਪੌਰ ਸਾਹਿਬ ਮੈਨੂੰ ਦੱਸਿਓ, ਦੇਖੋ ਜੇ ਇਸ ਤਰ੍ਹਾਂ ਦਾ ਇਹ ਸਟਰਗਲ ਚੱਲਦਾ ਰਿਹਾ, ਕਿਉਂਕਿ ਕੁੜੱਤਣ ਵੱਧਦੀ ਰਹੇਗੀ, ਐਲੀਏਨੇਸ਼ਨ ਵੱਧਦੀ ਰਹੇਗੀ, ਤੇ ਇਹਦਾ ਨਤੀਜੇ ਕੁਝ ਖਤਰਨਾਕ ਵੀ ਹੋ ਸਕਦੇ ਹੈਗੇ। ਇੱਦਾਂ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈਗਾ। ਇਹ ਤੁਹਾਡਾ ਬਿਲਕੁਲ ਖਦਸ਼ਾ ਠੀਕ ਹੈ। 4 ਮਹੀਨੇ ਹੋ ਗਏ ਸਟਰਗਲ ਚੱਲਦੀ ਨੂੰ। ਦੇਸ਼ ਦਾ 66 ਕਰੋੜ ਕਿਸਾਨ ਜਿਹੜਾ ਸੜਕਾਂ ਦੇ ਉੱਤੇ ਬੈਠਾ, ਉਹ ਲੋਕ ਘਰਾਂ ਦੇ ਵਿੱਚ ਵੀ ਠੁਰ ਕਰਦੇ ਆ, ਉਹ ਵਿਚਾਰੇ ਸੜਕਾਂ ਦੇ ਉੱਤੇ ਰਾਤਾਂ ਗੁਜ਼ਰ ਕਰਨ ਦੇ ਲਈ ਬੈਠੇ ਆ। 20 ਦਿਨ ਉਹਨਾਂ ਨੂੰ ਰਾਜਧਾਨੀ ਦੇ ਵਿੱਚ ਮੁੱਢ ਬੈਠਿਆਂ ਨੂੰ ਹੋ ਗਏ। ਹਾਂਜੀ, ਜੇ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਹੀ ਤਾਂ ਬੈਠੇ ਹਨ। ਜੇ ਸਿਰਫ ਇਹੀ ਕਹੀ ਜਾਣਾ ਵੀ ਜਿਹੜੇ ਅਸੀਂ ਕਾਨੂੰਨ ਬਣਾਏ ਜੀ ਤੁਹਾਡੇ ਫਾਇਦੇ ਦੇ ਆ, ਹੁਣ ਕਿਹੜਾ ਬੰਦਾ ਜਿਹਨੂੰ ਨਫੇ ਨੁਕਸਾਨ ਦਾ ਨਹੀਂ ਪਤਾ? ਕਿਸਾਨ ਨੂੰ ਆਪਣੇ ਨਫੇ ਨੁਕਸਾਨ ਦਾ ਨਹੀਂ ਪਤਾ। ਹਾਂਜੀ, ਤੇ ਜੇ ਉਹਨਾਂ ਨੂੰ ਜ਼ਬਰਦਸਤੀ ਕਹਿਣਾ ਵੀ ਤੁਹਾਡਾ ਨਫਾ ਹੋ ਰਿਹਾ, ਉਹ ਤਾਂ ਕਹਿੰਦੇ ਸਾਨੂੰ ਚਾਹੀਦਾ ਨਹੀਂ ਕਾਨੂੰਨ, ਤੇ ਤੁਸੀਂ ਧੱਕੇ ਨਾਲ ਘੋਲ ਕੇ ਪਲਾਈ ਜਾਂਦੇ ਉਹਨਾਂ ਨੂੰ। ਹਾਂਜੀ ਹਾਂਜੀ। ਦੇਖੋ ਪੌਰ ਸਾਹਿਬ, ਜਿੰਨੇ ਉਹ ਵੱਡੇ ਘਰਾਣੇ ਆ, ਜਿਹੜੇ ਕਾਰਪੋਰੇਟਸ ਆ, ਵੱਖ-ਵੱਖ ਸਰਕਾਰਾਂ ਨੂੰ ਡੋਨੇਸ਼ਨ ਤਾਂ ਦਿੰਦੇ ਹੀ ਆ। ਪੰਜਾਬ ਵਿੱਚ ਵੀ, ਹੋਰਨਾਂ ਸੂਬਿਆਂ ਵਿੱਚ ਇਹ ਤਾਂ ਓਪਨ ਸੀਕ੍ਰੇਟ ਆ, ਇਹਦੇ ਵਿੱਚ ਕੋਈ ਨਹੀਂ। ਲੇਕਿਨ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬੜੇ ਬੈਲੈਂਸ ਤਰੀਕੇ ਨਾਲ ਇੱਦਾਂ ਦੀ ਇਹਨਾਂ ਨੂੰ ਸਾਰਿਆਂ ਨੂੰ ਹੈਂਡਲ ਕੀਤਾ। ਇਹ ਮੋਦੀ ਸਾਹਿਬ ਤਾਂ ਹੁਣ ਜਿਹਨੂੰ ਕਹਿ ਲਈਏ ਇੱਕ ਪਾਸੇ 99% ਹੋਵੇ ਤੇ 1% ਦਿਖਾਵੇ ਲਈ ਵੀ ਨਹੀਂ ਰਹੇ ਹੈਗੇ। ਇਹ ਨਾ ਚੇਂਜ ਆਫ ਟਿਲਟ, ਇਹ ਇਹਨਾਂ ਦੀ ਕਿਹੜੀ ਮਾਨਸਿਕਤਾ ਦਿਖਾਉਂਦਾ ਹੈਗਾ? ਕਿਉਂਕਿ ਕੰਟਰੀ ਇਹਨਾਂ ਦੇ ਹੱਥ 'ਚ ਸੇਫ ਲੱਗਦਾ ਤੁਹਾਨੂੰ ਕਿ ਨਹੀਂ ਲੱਗਦਾ? ਦੇਖੋ, ਲੋਕ ਬੜੇ ਪਰੇਸ਼ਾਨ ਹੈ। ਲੋਕ ਇਹ ਸਮਝ ਰਹੇ ਆ ਬਈ ਇਹ ਕੀ ਮੋਦੀ ਦੇ ਕੋਲ ਜਾਂ ਅੰਬਾਨੀਆਂ ਦੇ ਕੋਲ ਜਾਦੂ ਦੀ ਛੜੀ ਆ ਗਈ। ਸਰਕਾਰੀ ਤੌਰ ਤੇ ਏਅਰਪੋਰਟ ਮੈਨੇਜ ਕੀਤੇ ਜਾ ਰਹੇ ਸੀ, ਉਹ ਅੰਬਾਨੀ ਕਰਨ ਸ਼ੁਰੂ ਕਰ ਦਿੱਤੇ। ਏਅਰਲਾਈਨਾਂ ਅੰਬਾਨੀਆਂ ਨੇ ਖਰੀਦ ਲਈਆਂ, ਰੇਲਵੇ ਅੰਬਾਨੀ ਖਰੀਦ ਰਹੇ ਆ। ਅੰਬਾਨੀ ਤੇ ਅਡਾਨੀ ਦੋਨੋਂ ਹੀ ਉਹਨਾਂ ਦੇ ਖਾਸ ਬੰਦੇ ਆ। ਤੇ ਫਿਰ ਤੁਸੀਂ ਇਹ ਦੇਖੋ ਬਈ ਜਿੰਨਾ ਰਿਟੇਲ ਮਾਰਕੀਟ ਹੈ ਸਾਰੀ ਦੇ ਵਿੱਚ ਉਹ ਉਹਨਾਂ ਨੇ ਖਰੀਦ ਲਏ। ਜਿੰਨਾ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ, ਉਹਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ। ਤੇ ਹੁਣ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਆ, ਇਹਨਾਂ ਦੇ ਉੱਤੇ ਵੀ ਉਹਨਾਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਨਾਲ ਦੀ ਨਾਲ ਦੇਖੋ, ਤੁਸੀਂ ਪਹਿਲਾਂ ਜਿੰਨੇ ਤੁਸੀਂ ਹੁਣ ਪਿੱਛੇ ਜਿਹੇ ਉਹਨਾਂ ਨੇ ਕਈ ਐਸੇ ਸਮਝੌਤੇ ਕੀਤੇ, ਜਿਹੜੇ ਸਮਝੌਤਿਆਂ ਦੇ ਨਾਲ ਸਾਰੀ ਦੁਨੀਆ ਨੂੰ ਪਤਾ ਵੀ ਇਹ ਲਿਹਾਜ਼ਾਂ ਪੂਰੀਆਂ ਜਾ ਰਹੀਆਂ, ਮੁਲਕ ਦੀ ਬਿਹਤਰੀ ਲਈ ਕੁਝ ਨਹੀਂ ਹੋ ਰਿਹਾ। ਹਾਂਜੀ ਹਾਂਜੀ ਹਾਂਜੀ। ਅੱਛਾ, ਹੁਣ ਤੁਸੀਂ ਇਹ ਦੇਖੋ, ਮੋਦੀ ਸਾਹਿਬ ਦੇ ਸਮੇਂ ਦੇ ਵਿੱਚ ਉਹਨਾਂ ਨੇ ਜਦੋਂ ਨੋਟਬੰਦੀ ਕੀਤੀ ਤੇ ਕਿਹਾ ਸੀ ਇਹਦਾ ਮੁਲਕ ਨੂੰ ਬੜਾ ਫਾਇਦਾ ਹੋਊਗਾ। ਅੱਜ ਤੱਕ ਨਹੀਂ ਦੱਸ ਸਕੇ ਮੁਲਕ ਨੂੰ ਕੀ ਫਾਇਦਾ ਹੋਇਆ। ਫੇਲ ਸੀ, ਬਿਲਕੁਲ ਫੇਲ ਹੈ ਜੀ। ਲੋਕੀ ਬੀਜੇਪੀ ਕੋ ਦੱਸ ਨਹੀਂ ਸਕੇ ਕਿ ਮੁਲਕ ਨੂੰ ਉਹਦਾ ਫਾਇਦਾ ਕੀ ਹੋਇਆ। ਹੁਣ ਇਸੇ ਤਰ੍ਹਾਂ ਇਹ ਲਿਆ ਕੇ ਕਿਸਾਨ ਵਿਰੋਧੀ ਕਾਨੂੰਨ ਨੇ, ਇਹਨੂੰ ਖੇਤੀ ਕਾਨੂੰਨ ਤਾਂ ਨਹੀਂ ਕਹਿ ਸਕਦੇ। ਜਦੋਂ ਦੇਖੋ ਐਗਰੀਕਲਚਰਲ ਪਾਲਿਸੀ ਨਵੀਂ ਉਹਨਾਂ ਨੇ ਇੰਟਰੋਡਿਊਸ ਕੀਤੀ ਹੈ, ਜਿਹੜੀ ਪਾਲਿਸੀ ਨੂੰ ਕਰਨ ਵਾਲਾ ਬੰਦਾ ਪਸੰਦ ਨਹੀਂ ਕਰਦਾ, ਤੇ ਤੁਸੀਂ ਉਹਨਾਂ ਨੂੰ ਧੱਕੇ ਨਾਲ ਕਿੱਦਾਂ ਮੜ ਦਿਓਗੇ? ਇਹਦੇ ਪਿੱਛੇ ਪੌਰ ਸਾਹਿਬ ਸਰਕਾਰ ਦੀ, ਖਾਸ ਤੌਰ ਤੇ ਮੋਦੀ ਗਵਰਨਮੈਂਟ ਦੀ ਕੀ ਮਾਨਸਿਕਤਾ ਨਜ਼ਰ ਆਉਂਦੀ? ਹੁਣ ਤਾਂ ਸਭ ਕੁਝ ਕਲੀਅਰ ਹੋ ਗਿਆ। ਮੋਦੀ ਸਾਹਿਬ ਜ਼ਿਆਦਾ ਦੇਰ ਤਾਂ ਇੰਡੀਆ ਤੇ ਰਾਜ ਕਰਨਾ ਚਾਹੁੰਦੇ ਹੈਗੇ, ਇਹਨਾਂ ਕਾਰਪੋਰੇਟਸ ਤੋਂ ਡੋਨੇਸ਼ਨ ਵਗੈਰਾ ਲੈ ਕੇ। ਹਾਲਾਂਕਿ ਮੋਦੀ ਸਾਹਿਬ ਤੇ ਕੋਈ ਇੱਦਾਂ ਦੇ ਅਜੇ ਤਾਈਂ ਕੋਈ ਇਲਜ਼ਾਮ ਨਹੀਂ ਲੱਗਾ ਹੈਗਾ ਡਿਸਓਨੈਸਟੀ ਦਾ ਹੈਗਾ। ਇਹ ਤਾਂ ਮਤਲਬ ਡਿਸਓਨੈਸਟੀ ਤੋਂ ਵੀ ਜ਼ਿਆਦਾ ਵੱਡਾ ਇਲਜ਼ਾਮ ਹੋ ਗਿਆ ਹੈਗਾ, ਜਦੋਂ ਦੇਸ਼ ਹੀ ਇੱਕ ਜਿਹੜਾ ਹੈਗਾ ਫਿਰਕੇ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਹੈਗਾ। ਦੇਖੋ, ਮੋਦੀ ਸਾਹਿਬ ਦੀ ਪਾਲਿਸੀ ਇਹ ਆ, ਖਾਸ ਕਰਕੇ RSS ਦੀ ਪਾਲਿਸੀ ਇਹ ਆ ਬਈ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ। ਤੇ ਮੋਦੀ ਦੀ ਪਾਲਿਸੀ ਇਹ ਆ ਵੀ ਹਿੰਦੂ ਰਾਸ਼ਟਰ ਦੀ ਜਿਹੜੀ ਇਕਨੋਮਿਕ ਚਾਬੀ ਆ ਉਹ ਗੁਜਰਾਤੀਆਂ ਦੇ ਕੋਲ ਹੋਊ। ਫਿਰ ਬਾਕੀ ਕਮਿਊਨਿਟੀ ਕਿੱਥੇ ਜਾਣਗੀਆਂ? ਬਾਕੀ ਕਮਿਊਨਿਟੀ ਤੇ ਫਿਰ ਏਦਾਂ ਹੀ ਧਰਨਿਆਂ ਤੇ ਬੈਠੇਗੀ, ਗੁਜ਼ਾਰੀ ਕਰੇਗੀ। ਤੇ ਉਹਨਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਭੁਲੇਖਾ ਹੈ ਵੀ ਦੇਖੋ, ਜਿਹੜਾ ਉਹਨਾਂ ਨੇ ਲੋਕਾਂ ਨੇ ਬੜਾ ਕੁਝ ਬਰਦਾਸ਼ਤ ਕੀਤਾ ਪਹਿਲਾਂ। ਪਾਲਿਸੀਜ਼ ਖਤਮ ਹੋ ਜਾਣ, ਜਦੋਂ ਲੋਕਾਂ ਦੇ ਲਈ ਸਹੂਲਤਾਂ ਦਾ ਖਾਤਮਾ ਹੋ ਜਾਏ, ਕੋਈ ਕਰ ਨਾ ਸਕਣ, ਫਿਰ ਏਦਾਂ ਦੇ ਸ਼ੋਸ਼ੇ ਛੱਡੇ ਜਾਂਦੇ ਆ। ਹੁਣ ਦੇਖੋ ਕਰੋਨਾ ਆਇਆ, ਇਹ COVID-19 ਨਾਲ ਸਾਰੀ ਦੁਨੀਆ ਕੰਬ ਰਹੀ ਸੀ। ਕੋਈ ਵੈਕਸੀਨਾਂ ਲੱਭ ਰਿਹਾ ਸੀ, ਕੋਈ ਟ੍ਰੀਟਮੈਂਟ ਦਾ ਲੱਭ ਰਿਹਾ ਸੀ ਕੀ ਕੀਤਾ ਜਾਵੇ। ਸਰਕਾਰਾਂ ਆਪਣੇ ਲੋਕਾਂ ਨੂੰ ਕਹਿ ਰਹੀਆਂ ਸੀ ਤੁਸੀਂ ਘਰਾਂ 'ਚੋਂ ਨਾ ਨਿਕਲੋ, ਅਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ, ਘਰੇ ਬੈਠਿਆਂ ਨੂੰ ਆਪਣੀਆਂ ਜਾਨਾਂ ਬਚਾਓ।
ਤੇ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਸੀ ਕੋਠਿਆਂ ਤੇ ਚੜ੍ਹ ਕੇ ਥਾਲੀਆਂ ਖੜਕਾਓ, ਤੁਸੀਂ ਦੀਵੇ ਜਗਾਓ। ਹੁਣ ਮੈਨੂੰ ਇਹ ਦੱਸੋ ਵੀ ਕਿਹੜਾ ਸਾਇੰਟੀਫਿਕ ਤਰੀਕਾ ਉਹ ਆਪਣਾ ਸਟੈਟਿਕਸ ਪੇਸ਼ ਕਰਨ ਵੀ ਥਾਲੀਆਂ ਖੜਕਾਉਣ ਨਾਲ ਕਿੰਨੇ ਮਰੀਜ਼ ਠੀਕ ਹੋਏ? ਹਾਂਜੀ ਹਾਂਜੀ ਹਾਂਜੀ। ਕਿਉਂ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਜਾ ਰਿਹਾ? ਹੁਣ ਇਹ ਤਿੰਨੋਂ ਕਾਨੂੰਨ ਹੈ ਜਿਹੜੇ ਐਕਚੁਅਲੀ ਹੈ ਕੀ ਹੈ, ਜਿੰਨੀ ਕੁ ਸਾਡੇ ਸਮਝ ਵਿੱਚ ਗੱਲ ਆਉਂਦੀ ਹੈ, ਹਿੰਦੁਸਤਾਨ ਜਿਹੜਾ ਇਹ ਕਾਰਪੋਰੇਟ ਸੈਕਟਰ ਦੇ ਅਧੀਨ ਨਹੀਂ ਚੱਲ ਸਕਦਾ। ਇੱਥੇ ਕੋਆਪਰੇਟਿਵ ਸਿਸਟਮ ਚੱਲ ਸਕਦਾ ਹੈ। ਸਹਿਕਾਰਤਾ ਵਾਲਾ ਸਿਸਟਮ ਬਹੁਤ ਕਾਮਯਾਬ ਸਿਸਟਮ ਹੈ। ਦੇਖੋ ਪੰਜਾਬ ਦੇ ਜਾਂ ਬਾਹਰਲੇ ਕਿਸਾਨਾਂ ਨੇ, ਪੰਜਾਬ ਤੋਂ ਬਾਹਰ ਵੀ ਉਹਨਾਂ ਦੇ ਸੂਬੇ ਗੁਜਰਾਤ ਦੇ ਵਿੱਚ ਵੀ ਕੋਆਪਰੇਟਿਵ ਮੂਵਮੈਂਟ ਬਹੁਤ ਵੱਡੇ ਪੱਧਰ ਤੇ ਚੱਲੀ ਹੈ ਔਰ ਬੜੇ ਅੱਛੇ ਲੈਵਲ ਤੇ ਪਹੁੰਚੀ। ਕਿਸਾਨ ਨੇ ਕੋਆਪਰੇਟਿਵ ਬੈਂਕ ਬਣਾ ਕੇ ਕਾਮਯਾਬ ਕਰਕੇ ਦਿਖਾ ਲਏ। ਕਿਸਾਨ ਨੇ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਖੁਦ ਵਪਾਰ ਕਰਕੇ ਦਿਖਾ ਲਿਆ। ਐਗਰੀਕਲਚਰਲ ਮਾਰਕੀਟਿੰਗ ਸੁਸਾਇਟੀਜ਼ ਬਣਾ ਕੇ ਕੰਮ ਕਰਕੇ ਦਿਖਾ ਲਿਆ। ਕਿਵੇਂ ਉਹਨਾਂ ਨੇ ਆਪਣੇ ਕੋਲੋਂ ਹੀ ਫੰਡ ਲਿਆਂਦੇ, ਆਪਣੇ ਕੋਲੋਂ ਯੂਜ਼ ਕਰਕੇ ਉਹਨਾਂ ਨੂੰ ਵਰਤ ਕੇ ਦਿਖਾ ਲਿਆ, ਆਪਣੇ ਆਪ ਹੀ ਲੋਨ ਲਏ, ਆਪਣੇ ਆਪ ਹੀ ਸਾਧਨ ਪੈਦਾ ਕੀਤੇ। ਵੇਰਕਾ ਕੋਆਪਰੇਟਿਵ ਦੇ ਵਿੱਚ ਬਹੁਤ ਵੱਡੀ ਇੱਕ ਉਦਾਹਰਨ ਹੈ। ਮਾਰਕਫੈਡ ਬੜੀ ਵੱਡੀ ਉਦਾਹਰਨ ਹੈ। ਜੀ ਜੀ ਜੀ। ਕਿਸਾਨ ਨੂੰ ਖੇਤੀ ਵੀ ਕਰਨੀ ਆਉਂਦੀ ਹੈ, ਕਿਸਾਨ ਨੂੰ ਵਪਾਰ ਵੀ ਕਰਨਾ ਆਉਂਦਾ। ਹਾਂਜੀ ਹਾਂਜੀ। ਇਹ ਅੰਬਾਨੀਆਂ ਦੇ ਹਿੱਸੇ ਜਾਂ ਮੋਦੀ ਦੇ ਹਿੱਸੇ ਨਹੀਂ ਵੀ ਇਹੀ ਵਪਾਰ ਕਰ ਸਕਦੇ ਆ। ਕਿਸਾਨ ਨੇ ਕਰਕੇ ਦਿਖਾ ਲਿਆ ਵਪਾਰ। ਪਿੰਡਾਂ ਦੀ ਸੁਸਾਇਟੀਆਂ ਕੋਈ ਕਿਲੋ ਦੁੱਧ ਪਾਉਂਦਾ, ਕੋਈ 10 ਕਿਲੋ ਪਾਉਂਦਾ, ਕੋਈ 20 ਕਿਲੋ ਪਾਉਂਦਾ, ਪਰ ਜਿਹਨੂੰ ਲੋੜ 10 ਕੁਇੰਟਲ ਦੀ ਆ ਉਹਨੂੰ 10 ਕੁਇੰਟਲ ਵੇਚਦੇ ਵੀ ਆ ਇਕੱਠਾ ਕਰਕੇ, ਆਪਣਾ ਮੁਨਾਫਾ ਵੀ ਬਣਦੇ ਆ। ਹਾਂਜੀ ਹਾਂਜੀ। ਹੁਣ ਪਿੰਡਾਂ 'ਚ ਐਗਰੀਕਲਚਰਲ ਸਰਵਿਸ ਸੁਸਾਇਟੀਜ਼ ਹੈਗੀਆਂ। ਅੱਛਾ, ਉਹ ਸਰਵਿਸ ਸੁਸਾਇਟੀ ਕੀ ਹੈ? ਸਾਰੇ ਬੰਦੇ ਟਰੈਕਟਰ ਨਹੀਂ ਲੈ ਸਕਦੇ, ਸਾਰੇ ਬੰਦੇ ਰੋਟਾਵੇਟਰ ਨਹੀਂ ਲੈ ਸਕਦੇ, ਸਾਰੇ ਬੰਦੇ ਹਲ ਨਹੀਂ ਲੈ ਸਕਦੇ, ਤਵੀਆਂ ਨਹੀਂ ਲੈ ਸਕਦੇ, ਹਾਂਜੀ, ਸਾਰੇ ਬੰਦੇ ਖਾਦ ਦਾ ਪ੍ਰਬੰਧ ਨਹੀਂ ਕਰ ਸਕਦੇ, ਸਾਰੇ ਬੰਦੇ ਪੈਸਟੀਸਾਈਡ ਤੇ ਇਨਸੈਕਟੀਸਾਈਡ ਦਾ ਪ੍ਰਬੰਧ ਨਹੀਂ ਕਰ ਸਕਦੇ। ਉਹ ਜੁਆਇੰਟਲੀ ਹੁੰਦਾ ਤੇ ਸਾਰੇ ਲੋਕ ਵਰਤਦੇ ਆ। ਹੋਰ ਬਿਜ਼ਨਸ ਕੀ ਚੀਜ਼ ਹੁੰਦੀ ਹੈ? ਹੁਣ ਮੋਦੀ ਸਾਹਿਬ ਕਹਿੰਦੇ ਇਹਨਾਂ ਨੂੰ ਕਾਨੂੰਨ ਨਹੀਂ ਸਮਝ ਆਉਂਦਾ। ਜਿਨ੍ਹਾਂ ਨੇ ਏਡੇ ਏਡੇ ਵੱਡੇ ਕੋਆਪਰੇਟਿਵ ਬੈਂਕ ਬਣਾ ਕੇ ਚਲਾ ਦਿੱਤੇ, ਮਾਰਕਫੈਡ ਵਰਗੇ ਅਦਾਰੇ ਚਲਾਤੇ, ਵੇਰਕਾ ਚਲਾਤੀ, ਕੋਆਪਰੇਟਿਵ ਸਾਰਾ ਸਿਸਟਮ ਐਡਾ ਵੱਡਾ ਡਿਵੈਲਪ ਕਰਕੇ ਦਿਖਾ ਦਿੱਤਾ, ਉਹਨਾਂ ਨੂੰ ਹੁਣ ਬਿਜ਼ਨਸ ਹੁਣੇ ਹੀ ਭੁੱਲਿਆ ਹੋਣਾ। ਇੱਕ ਭੌਰ ਸਾਹਿਬ ਹੋਰ ਗੱਲ ਦੱਸੋ ਮੈਨੂੰ, ਜਿਵੇਂ ਸਾਡੇ ਪੰਜਾਬੀ ਆ ਉਹ ਬਾਹਰਲੇ ਕੰਟਰੀ ਵਿੱਚ ਬਹੁਤ ਸੋਹਣੇ ਸੋਹਣੇ ਉਹਨਾਂ ਦੇ ਕਾਰੋਬਾਰ ਹੈਗੇ ਆ। ਇਹ ਗਵਰਨਮੈਂਟ ਆਫ ਇੰਡੀਆ ਦੀ ਮੰਸ਼ਾ ਤਾਂ ਇਹ ਤੁਹਾਨੂੰ ਹੁਣ ਕਲੀਅਰ ਹੋ ਹੀ ਚੁੱਕੀ ਹੈ, ਕਿਸਾਨਾਂ ਨੂੰ ਵੀ ਹੋ ਗਈ ਹੈਗੀ ਆ ਵੀ ਐਂਟੀ ਫਾਰਮਰ ਹੈਗੀ ਆ। ਇਹ ਜਿਹੜਾ ਧੱਬਾ ਕਈ ਸਾਲ ਚੱਲਦਾ ਰਹੇਗਾ ਸਮੱਸਿਆ ਸੋਲਵ ਹੋਣ ਦੇ ਬਾਵਜੂਦ ਵੀ। ਲੇਕਿਨ ਜੇ ਕੋਈ ਸਾਡੀਆਂ ਪੰਜਾਬ ਸਰਕਾਰ ਜਾਂ ਜਿਹੜੇ ਪੰਜਾਬੀ ਲੋਕ ਬੜੇ ਅਮੀਰ ਹੈਗੇ, ਕਰੋੜਾਂ ਅਰਬਾਂ ਰੁਪਏ ਖਰਚ ਸਕਦੇ ਹੈਗੇ ਆ, ਉਹ ਇੱਕ ਕੋਆਪਰੇਟਿਵ ਬੇਸਿਸ ਤੇ, ਜਿਵੇਂ ਤੁਸੀਂ ਮਾਰਕਫੈਡ ਜਾਂ ਵੇਰਕਾ ਦੀ ਗੱਲ ਕੀਤੀ, ਇੱਦਾਂ ਦੀ ਇੱਕ ਆਰਗੇਨਾਈਜੇਸ਼ਨ ਬਣਾ ਕੇ ਪੰਜਾਬ ਵਿੱਚ ਇੱਦਾਂ ਦੇ ਵੱਡੇ ਵੈਂਚਰ ਕਰਨ, ਪੰਜਾਬ ਦੇ ਕਿਸਾਨ ਵੀ ਉਹਦੇ ਪਾਰਟਨਰ ਹੋਣ ਕੋਆਪਰੇਟਿਵ ਬੇਸਿਸ ਤੇ। ਇਸ ਤਰ੍ਹਾਂ ਨਹੀਂ ਕੁਝ ਹੋ ਸਕਦਾ? ਬਿਲਕੁਲ ਹੋ ਸਕਦਾ। ਦੇਖੋ ਮੈਂ ਤੁਹਾਨੂੰ ਦੱਸਦਾ, ਮੈਂ ਨਾ ਕਦੀ ਕਦੀ ਚਾਣਕਿਆ ਨੂੰ ਪੜ੍ਹਦਾ। ਹਾਂਜੀ। ਚਾਣਕਿਆ ਇੱਕ ਜਗ੍ਹਾ ਗੱਲ ਕਹਿੰਦਾ ਹੈ, ਕਹਿੰਦਾ ਜਿਸ ਦੇਸ਼ ਦਾ ਰਾਜਾ ਵਪਾਰੀ ਹੋ ਜਾਏ ਨਾ ਤੇ ਉਹਨੂੰ ਪ੍ਰਜਾ ਨੂੰ ਭਿਖਾਰੀ ਹੋਣ ਲੱਗਿਆ ਕੋਈ ਸਮਾਂ ਨਹੀਂ ਲੱਗਦਾ। ਤੇ ਰਾਜਾ ਤਾਂ ਵਪਾਰ ਕਰ ਰਿਹਾ, ਰਾਜਾ ਤਾਂ ਕਹਿ ਰਿਹਾ ਮੈਂ ਰਿਫਾਈਨਰੀਆਂ ਵੀ ਅੰਬਾਨੀ ਨੂੰ ਦੇਣੀਆਂ, ਮੈਂ 에ਅਰਲਾਈਨਾਂ ਵੀ ਅੰਬਾਨੀ ਨੂੰ ਦੇਣੀਆਂ, ਮੈਂ ਟੈਲੀਫੋਨ ਵੀ ਅੰਬਾਨੀ ਨੂੰ ਦੇਣੇ ਆ। ਤੇ ਫਿਰ ਲੋਕ ਕੀ ਕਰਨਗੇ? ਹੁਣ ਤਾਂ ਰੇਲਵੇ ਵੀ ਦੇਣ ਦੀ ਤਿਆਰੀ ਹੋਈ ਹੈ। ਜਦੋਂ ਲੋਕਾਂ ਦੇ ਸਰਕਾਰ, ਜਿਹੜੀ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਹੁੰਦੀ ਹੈ, ਲੋਕਾਂ ਦੁਆਰਾ ਚੁਣੀ ਜਾਂਦੀ ਹੈ, ਲੋਕਾਂ ਲਈ ਚੁਣੀ ਜਾਂਦੀ ਹੈ ਤੇ ਲੋਕਾਂ ਲਈ ਹੀ ਕੰਮ ਕਰਦੀ ਹੈ। ਤੇ ਜਦੋਂ ਸਰਕਾਰਾਂ ਵਪਾਰੀਆਂ ਲਈ ਕੰਮ ਕਰਨ ਲੱਗ ਪੈਣ, ਜਦੋਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਨ ਲੱਗ ਪੈਣ, ਫਿਰ ਲੋਕ ਧਰਨਿਆਂ ਤੇ ਬੈਠਦੇ ਆ, ਮੁਜ਼ਾਹਰੇ ਹੁੰਦੇ ਆ। ਇਹਦੇ ਨਾਲ ਦੇਖੋ ਸਾਡੇ ਮੁਸਲਿਮ ਪਾਪੂਲੇਸ਼ਨ ਆ 20-22 ਕਰੋੜ ਆ, ਸਿੱਖ ਆ, ਕ੍ਰਿਸਚਨ ਆ, ਹੋਰ ਵੀ ਜਿਹੜੀਆਂ ਮਾਈਨੋਰਟੀਜ਼ ਹੈਗੀਆਂ, ਉਹ ਮੋਦੀ ਸਾਹਿਬ ਦੇ ਸਟੈਪਸ ਤੋਂ ਬਾਅਦ ਏਲੀਏਨੇਸ਼ਨ ਨਹੀਂ ਫੀਲ ਕਰਨਗੀਆਂ ਵੀ ਜਿਵੇਂ ਸਾਡੀ ਵੈਲਿਊ ਨਹੀਂ ਹੈਗੀ, ਜਾਂ ਉਹ ਆਪਣੀ એનર્ਜੀ ਨੈਗੇਟਿਵ ਫੋਰਸਿਸ ਵੱਲ ਗੁਜ਼ਾਰਨਗੀਆਂ? ਕੁਛ ਇੱਦਾਂ ਦਾ ਸਰਕਾਰਾਂ ਨੂੰ ਕੁਛ ਮੈਂ ਇਹ ਸਮਝਦਾ ਹਾਂ ਕਿ ਇਹ ਨਾ ਤਾਂ ਜਾਤੀਵਾਦ ਦੀ ਲੜਾਈ ਹੈ, ਨਾ ਧਰਮ ਦੀ ਲੜਾਈ ਹੈ। ਇਹ ਹਿੰਦੁਸਤਾਨ ਦੇ ਗਰੀਬ ਲੋਕਾਂ ਦੀ, ਮਿਹਨਤਕਸ਼ ਲੋਕਾਂ ਦੀ, ਕਿਰਤੀ ਲੋਕਾਂ ਦੀ ਰੋਟੀ ਕੱਪੜੇ ਮਕਾਨ ਦੀ ਲੜਾਈ ਹੈ। ਬਿਲਕੁਲ ਠੀਕ ਹੈ। ਉਹਨਾਂ ਨੂੰ ਇਹ ਲੱਗ ਰਿਹਾ ਵੀ ਸਾਡਾ ਰੋਟੀ ਕੱਪੜਾ ਮਕਾਨ ਸਾਡੇ ਤੋਂ ਖੋਇਆ ਜਾ ਰਿਹਾ। ਹਾਂਜੀ ਹਾਂਜੀ ਹਾਂਜੀ। ਇਹ ਉਹ ਲੜਾਈ ਹੈ ਜਿਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਦਾ ਕੋਈ ਭਿੰਨ ਭੇਦ ਨਹੀਂ। ਸਾਰੇ ਇਕੱਠੇ ਹੀ ਪ੍ਰਸ਼ਾਦੇ ਛਕਦੇ ਆ। ਇਹ ਠੀਕ ਹੈ, ਲੀਡ ਪੰਜਾਬ ਨੇ ਲਈ ਹੈ। ਪੰਜਾਬ ਨੇ ਲੀਡ ਲੈ ਕੇ ਹਿੰਦੁਸਤਾਨ ਦੇ ਫਾਰਮਰਸ ਨੂੰ ਸਮਝਾਇਆ ਤੁਹਾਡੇ ਨਾਲ ਧੱਕਾ ਹੋ ਰਿਹਾ। ਹਾਂਜੀ ਹਾਂਜੀ ਹਾਂਜੀ। ਜਦੋਂ ਵੀ
ਪੰਜਾਬ ਨਾਲ ਹੋਏ ਧੱਕਿਆਂ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ। ਕੇਂਦਰ ਦੀ ਸਰਕਾਰ ਤੇ ਕੇਂਦਰ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹ ਉਹਨੂੰ ਇਸ ਢੰਗ ਨਾਲ ਪੇਸ਼ ਕਰਦੀਆਂ ਰਹੀਆਂ ਵੀ ਇਹ ਸੈਪਰੇਟਿਸਟ ਮੂਵਮੈਂਟ ਹੈ, ਇਹ ਫੰਡਾਮੈਂਟਲਿਸਟ ਦੀ ਮੂਵਮੈਂਟ ਹੈ। ਪਰ ਇਸ ਵਾਰੀ ਕਿਉਂਕਿ ਇਹਦੇ ਵਿੱਚ ਸਾਰੇ ਹੀ ਸ਼ਾਮਲ ਹੈ, ਉਹਨਾਂ ਨੂੰ ਇਹ ਵੀ ਗੱਲ ਨਹੀਂ ਲੱਭਦੀ ਵੀ ਹੁਣ ਉਹਨੂੰ ਜਵਾਬ ਕੀ ਦਈਏ। ਬਥੇਰਾ ਕੁਝ ਉਹਨਾਂ ਨੇ ਕਹਿ ਕੇ ਦੇਖਿਆ ਜੀ, ਇਹਦੇ ਚ ਖਾਲਿਸਤਾਨੀ ਆ ਗਿਆ ਜੀ, ਇਹ ਚ ਕਮਿਊਨਿਸਟ ਆ ਗਿਆ ਜੀ, ਫਲਾਨੇ ਆ ਗਏ ਜੀ, ਧਿਮਕੜੇ ਆ ਗਏ ਜੀ, ਇਹ ਦੇਸ਼ ਵਿਰੋਧੀ ਹੈ। ਤੇ ਲੋਕ ਹੁਣ ਪੁੱਛਣ ਲੱਗ ਪਏ ਵੀ ਜੇ ਦੇਸ਼ ਵਿਰੋਧੀ ਹੈ ਤਾਂ ਤੁਸੀਂ 10-10 ਘੰਟੇ ਕਾਹਦੇ ਲਈ ਮੀਟਿੰਗਾਂ ਕਰਦੇ ਰਹੇ ਇਹਨਾਂ ਨਾਲ। ਬਿਲਕੁਲ ਬਿਲਕੁਲ ਬਿਲਕੁਲ। ਉਹ ਤਾਂ ਦੇਖੋ ਸਰਕਾਰ ਦਾ ਜਿਹੜਾ ਲੌਜਿਕ ਦਿੰਦੀ ਸੀ ਉਹ ਬਿਲਕੁਲ ਲੋਕਾਂ ਸਾਹਮਣੇ ਕਲੀਅਰ ਹੋ ਗਿਆ। ਇੱਕ ਇਹਦੇ ਨਾਲ ਇੱਕ ਤੁਹਾਡਾ ਵੀਡੀਓ ਵਿੱਚ ਬਹੁਤ ਤੁਸੀਂ ਰੈਲੇਵੈਂਟ ਪੁਆਇੰਟ ਉਠਾਇਆ ਸੀ ਵੀ ਪੰਜਾਬ ਬਾਰਡਰ ਸਟੇਟ ਆ, ਨਾਲ ਸਾਡੇ ਪਾਕਿਸਤਾਨ ਲੱਗਦਾ, ਸਾਡਾ ਕਲਚਰ ਜੋ ਵੀ ਟ੍ਰੈਡੀਸ਼ਨ ਸੇਮ ਹੈਗੀ, ਉਹ ਜੁਦੀ ਗੱਲ ਆ, ਇੱਕ ਸੈਪਰੇਟ ਕੰਟਰੀ ਹੈਗਾ। ਜੇ ਉਹਦੇ ਨਾਲ ਬਾਰਡਰ ਖੁੱਲ ਜਾਵੇ ਟ੍ਰੇਡ ਵਪਾਰ ਦਾ, ਉਹ ਪਾਕਿਸਤਾਨ ਰਾਹੀਂ ਜਾ ਕੇ ਅੱਗੇ ਅਫਗਾਨਿਸਤਾਨ, ਇਰਾਨ, ਕਜ਼ਾਕਿਸਤਾਨ, ਹੋਰ ਜਿਹੜੇ ਕੰਟਰੀ ਹੈਗੇ ਏਸ਼ੀਅਨ, ਉੱਥੇ ਇਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਆ ਸਾਡੇ ਫਾਰਮ ਪ੍ਰੋਡਿਊਸ ਦੀ। ਇਹਦੇ ਵੱਲ ਸਰਕਾਰ ਕਿਉਂ ਨਹੀਂ ਸੋਚਦੀ ਹੈਗੀ, ਜਾਂ ਇਹੋ ਇੱਕ ਜਿਹੜਾ ਹੈਗਾ ਅੰਬਾਨੀਆਂ ਅਡਾਨੀਆਂ ਨੂੰ ਫਾਇਦਾ ਦੇਣ ਦੀ ਬਜਾਏ ਇਹ ਨਹੀਂ ਇੱਕ ਇੰਟਰਨੈਸ਼ਨਲ ਰੂਟ ਬੜਾ ਵਧੀਆ ਮਿਲ ਸਕਦਾ? ਦੇਖੋ ਭਾਰਤ ਜੀ, ਪਿਛਲੇ ਲੰਬੇ ਸਮੇਂ ਤੋਂ ਇਹ ਖੇਡ ਚੱਲਦਾ ਰਿਹਾ। ਪਹਿਲਾਂ ਤਾਂ ਪਾਕਿਸਤਾਨ ਨੂੰ ਹੀ ਆਪਣਾ ਦੁਸ਼ਮਣ ਸਮਝਿਆ ਜਾਂਦਾ ਸੀ। ਹਾਂਜੀ। ਹਿੰਦੁਸਤਾਨ ਦੀ ਗੱਦੀ ਤੇ ਰਾਜ ਕਰਨ ਵਾਲੇ ਲੋਕਾਂ ਦਾ ਧਿਆਨ ਪਰੇ ਕਰਨ ਲਈ ਕਹਿੰਦੇ ਹੁੰਦੇ ਸੀ ਪਾਕਿਸਤਾਨ ਸਾਡਾ ਦੁਸ਼ਮਣ ਹੈ। ਪਰ ਬਦਕਿਸਮਤੀ ਹੈ ਵੀ ਜਿੱਦਣ ਦਾ ਮੋਦੀ ਗੱਦੀ ਤੇ ਬੈਠਾ, ਇਹਨੇ ਬੰਗਲਾਦੇਸ਼ ਨੂੰ ਵੀ ਆਪਣਾ ਦੁਸ਼ਮਣ ਬਣਾ ਲਿਆ। ਹਾਂਜੀ। ਇਹਨੇ ਪਾਕਿਸਤਾਨ ਨੂੰ ਵੀ ਆਪਣਾ ਦੁਸ਼ਮਣ ਬਣਾ ਲਿਆ, ਇਹਨੇ ਤਿੱਬਤ ਨੂੰ ਵੀ ਆਪਣਾ, ਨੇਪਾਲ ਨੂੰ ਵੀ ਆਪਣਾ ਦੁਸ਼ਮਣ ਬਣਾ ਲਿਆ, ਇਹਨੇ ਚੀਨ ਨੂੰ ਵੀ ਆਪਣਾ ਦੁਸ਼ਮਣ ਬਣਾ ਲਿਆ, ਇਹਨੇ ਛੱਡਿਆ ਹੀ ਕੋਈ ਨਹੀਂ। ਇਹ ਸਾਰਿਆਂ ਨਾਲ ਲੜ ਰਿਹਾ। ਜਿਸ ਸਮੇਂ ਵਿੱਚ ਅਸੀਂ ਗੁਜ਼ਰ ਰਹੇ ਹਾਂ, ਹੁਣ ਬਾਰਡਰਾਂ ਦੇ ਉੱਤੇ ਲੜਾਈ ਤੋਪਾਂ ਟੈਂਕਾਂ ਨਾਲ ਨਹੀਂ ਹੋਣੀ। ਹਾਂਜੀ ਹਾਂਜੀ। ਹੁਣ ਹਥਿਆਰ ਬਦਲ ਚੁੱਕੇ ਆ। ਜੇ ਲੜਾਈ ਹੋਈ ਤਾਂ ਦੁਨੀਆ ਖਤਮ ਹੋ ਜਾਏਗੀ। ਇਹ ਹਰ ਇੱਕ ਮੁਲਕ ਨੂੰ ਪਤਾ ਹੈ, ਹਰ ਇੱਕ ਚੀਜ਼ ਸਮਝ ਪਤਾ। ਪਰ ਇਹ ਕਈ ਵਾਰੀ ਅਹਿਮਕਾਨਾ ਗੱਲਾਂ ਕਰਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਖਿੱਚਦੇ। ਕਦੀ ਕਹਿੰਦੇ ਆ ਜੀ ਅਸੀਂ ਰਾਫੇਲ ਜਹਾਜ਼ ਲੈ ਲਏ 4, ਹੁਣ ਸਾਡੀ ਤਾਕਤ ਬਹੁਤ ਵੱਧ ਗਈ। ਉਹ ਜਿੱਥੋਂ ਲਿਆਂਦੇ ਆ ਫਰਾਂਸ ਕੋਲ, ਉਹਨਾਂ ਕੋਲ ਹਜ਼ਾਰਾਂ ਹੀ ਆ, ਉਹਨਾਂ ਦੀ ਤਾਂ ਤਾਕਤ ਵਧੀ ਨਹੀਂ। ਇਹ ਗੱਲਾਂ ਲੜਾਈ ਝਗੜਿਆਂ ਵਾਲੇ ਮਸਲੇ ਨਹੀਂ ਹੈ। ਸ਼ਾਂਤੀ ਚਾਹੀਦੀ ਹੈ ਮੁਲਕ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਚਾਹੀਦੀ ਹੈ। ਗੁਆਂਢੀਆਂ ਨਾਲ ਚੰਗੇ ਸੰਬੰਧ ਚਾਹੀਦੇ ਆ। ਬਹੁਤ ਸਾਰੇ ਐਸੇ ਗਰੀਬ ਮੁਲਕ ਨੇ, ਅਫਗਾਨਿਸਤਾਨ ਗਰੀਬ ਮੁਲਕ ਹੈ, ਨੇਪਾਲ ਗਰੀਬ ਮੁਲਕ ਹੈ, ਪਾਕਿਸਤਾਨ ਗਰੀਬ ਮੁਲਕ ਹੈ। ਇਹਨਾਂ ਮੁਲਕਾਂ ਨੂੰ ਅੰਨ ਦੀ ਵੀ ਲੋੜ ਹੈ। ਸਾਡੇ ਕੋਲ ਅੰਨ ਪਿਆ। ਜਿਹੜੀ ਚੀਜ਼ ਇੱਕ ਕਿਸਾਨ ਦੀ ਛੱਲੀ 5 ਰੁਪਏ ਲੈ ਕੇ ਜੇ ਅੰਬਾਨੀ 75 ਰੁਪਏ ਦੀ ਆਪਣੇ ਰਿਲਾਇੰਸ ਸਟੋਰ 'ਚ ਵੇਚ ਸਕਦਾ, ਕਿਸਾਨ ਕਿਉਂ ਨਹੀਂ ਵੇਚ ਸਕਦਾ? ਬਿਲਕੁਲ ਬਿਲਕੁਲ ਠੀਕ ਹੈ। ਉਹਦਾ ਫਾਇਦਾ ਕਿਸਾਨ ਨੂੰ ਮਿਲਣਾ ਚਾਹੀਦਾ। ਤੇ ਜੇ ਉਹ ਅੰਬਾਨੀ ਦੇ ਥਰੂ 75 ਦੀ ਵਿਕਣੀ ਹੈ ਤੇ ਫਿਰ ਤੇ ਵਿਰੋਧ ਹੋਏਗਾ ਹੀ ਹੋਏਗਾ। ਬਿਲਕੁਲ ਬਿਲਕੁਲ ਠੀਕ ਠੀਕ ਠੀਕ। ਸੋ ਇਹ ਪਾਕਿਸਤਾਨ ਨਾਲ ਕੈਟੇਗਰੀਕਲੀ ਇਹ ਜਿਹੜੇ ਰਿਲੇਸ਼ਨ ਕਰਨ ਲਈ, ਹਾਲਾਂਕਿ ਪਾਕਿਸਤਾਨ ਦੀ ਸਰਕਾਰ ਨੂੰ ਵੀ ਰੈਸੀਪ੍ਰੋਕੇਟ ਕਰਨਾ ਚਾਹੀਦਾ ਹੈਗਾ। ਇਹ ਪ੍ਰਾਇਰਟੀ ਤੇ ਨਹੀਂ ਹੋਣਾ ਚਾਹੀਦਾ ਵੀ ਬਾਰਡਰ ਵਪਾਰ ਖੁੱਲ ਜਾਵੇ, ਜਾਂ ਜਿਹੜੇ ਇਹਨਾਂ ਦੇ ਆਊਟਸਟੈਂਡਿੰਗ ਇਸ਼ੂਜ਼ ਆ ਪਿਆਰ ਮੁਹੱਬਤ ਨਾਲ ਸੋਲਵ ਹੋ ਜਾਣ। ਇਹ ਬਹੁਤ ਵਾਰੀ ਪਹਿਲਾਂ ਵੀ ਇਸ਼ੂ ਸਾਹਮਣੇ ਆਇਆ। ਦੇਖੋ, ਈਰਾਨ ਦੇ ਕੋਲ ਤੇਲ ਬਹੁਤ ਜ਼ਿਆਦਾ, ਉਹਨਾਂ ਕੋਲ ਇਰਾਕ ਕੋਲ ਤੇਲ ਬੜਾ ਸੀ। ਕਈ ਵਾਰੀ ਇਹ ਗੱਲ ਚੱਲੀ ਵੀ ਉੱਥੋਂ ਪਾਈਪਲਾਈਨ ਪਾ ਕੇ ਤੇਲ ਵਾਇਆ ਪਾਕਿਸਤਾਨ ਇੰਡੀਆ ਪਹੁੰਚ ਜਾਏ, ਜਿਹਦੇ ਨਾਲ ਕੈਰੇਜ ਘਟ ਜਾਏਗੀ, ਤੇਲ ਸਸਤਾ ਹੋ ਸਕਦਾ। ਹਾਂਜੀ। ਪਰ ਪਾਕਿਸਤਾਨ ਨਾਲ ਸੰਬੰਧ ਨਾ ਚੰਗੇ ਹੋਣ ਕਰਕੇ ਜਾਂ ਕੁਝ ਈਰਾਨ ਦੀਆਂ ਪਾਲਿਸੀਜ਼ ਕਰਕੇ ਉਹ ਨਹੀਂ ਹੋ ਨਹੀਂ ਸਕਿਆ। ਅੱਛਾ, ਹੁਣ ਹਾਲਾਤ ਇਹ ਹੈ ਵੀ ਤੇਲ ਮੁੱਕ ਰਿਹਾ ਧਰਤੀ ਚੋਂ, ਹੋ ਸਕਦਾ 15-20 ਸਾਲਾਂ 'ਚ ਹੀ ਖਤਮ ਹੋ ਜਾਵੇ। ਜੀ ਜੀ। ਤੇ ਉਹਨਾਂ ਮੁਲਕਾਂ ਦੇ ਵਿੱਚ ਨਾ ਕਣਕ ਹੁੰਦੀ ਆ, ਨਾ ਝੋਨਾ ਹੁੰਦਾ, ਨਾ ਕੋਈ ਸਬਜ਼ੀ ਹੁੰਦੀ ਹੈ, ਕਿਉਂਕਿ ਉੱਥੇ ਧਰਤੀ ਰੇਤਲੀ ਹੈ, ਸਾਰਾ ਰੇਤਾ ਹੀ ਰੇਤਾ। ਹਾਂਜੀ। ਤੇ ਹੁਣ ਸਮਾਂ ਇਦਾਂ ਦਾ ਬਣਦਾ ਜਦੋਂ ਸਾਰੀ ਦੁਨੀਆ ਨੇ ਸਮਝ ਲਿਆ ਵੀ ਲੜਾਈ ਚੰਗੀ ਚੀਜ਼ ਨਹੀਂ, ਬਾਰਡਰ ਖੋਲਣੇ ਚਾਹੀਦੇ ਆ, ਬਾਰਡਰ ਟ੍ਰੇਡ ਸਾਰਾ ਕਰਨਾ ਚਾਹੀਦਾ ਇੱਕ ਦੂਜੇ ਦੇ ਨਾਲ। ਤੇ ਜਦੋਂ ਉਹਨਾਂ ਨੂੰ ਹੁਣ ਲੋੜ ਪੈਣੀ ਸੀ ਖਾਦ ਪਦਾਰਥਾਂ ਦੀ, ਹਾਂਜੀ, ਉਹ ਜਿਹੜੇ ਪੈਸੇ ਜ਼ਿਮੀਂਦਾਰ ਨੂੰ ਹੁਣ ਮਿਲਣੇ ਸੀ ਨਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ, ਉਹ ਅੰਬਾਨੀ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੇ, ਥਰੂ ਮੋਦੀ ਕਰਨਾ ਚਾਹੁੰਦੇ। ਠੀਕ ਠੀਕ ਠੀਕ। ਹਾਂਜੀ। ਇਹ ਕਿਸਾਨ ਫਿਰ ਦੇਖੋ, ਹੁਣ ਅੱਜ ਕੱਲ੍ਹ ਕਿਸਾਨ ਲੀਡਰ ਵੀ ਮੈਂ ਉਹਨਾਂ ਦੇ ਦੇਖਦਾ ਰਹਿਣਾ, ਵੀਡੀਓ ਸਾਰੀ ਮੈਂ ਪ੍ਰੋਸੀਡਿੰਗ ਦੇਖਦਾ ਜੋ ਵੀ ਚੱਲਦੀ ਹੈਗੀ ਆ। ਕਾਫੀ ਸਿਆਣੇ ਆ, ਬੜੇ ਵਧੀਆ ਤਰੀਕੇ ਨਾਲ ਆਪਣਾ ਲੌਜਿਕ ਪੇਸ਼ ਕਰਦੇ ਹੈਗੇ ਆ।
ਔਰ ਇੱਕ ਕੰਸੈਂਸਸ ਪੁਆਇੰਟ ਤਾਂ ਫਿਰ ਕਿਤੇ ਨਾ ਕਿਤੇ ਦੋਨੋਂ ਪਾਸੇ ਕਰਨਾ ਪਏਗਾ ਨਾ, ਤਾਂ ਕਿ ਇੱਕ ਇਹਦੇ ਨਾਲ ਮੋਦੀ ਸਾਹਿਬ ਦੀ ਛਵੀ ਵੀ ਇੱਥੇ ਡੋਮੈਸਟਿਕ ਪੋਲੀਟੀਕਲੀ ਉਸ ਪਾਰਟੀ ਦਾ ਨੁਕਸਾਨ ਹੋ ਸਕਦਾ ਜੇ ਮੋਦੀ ਸਾਹਿਬ ਥੋੜਾ ਜਿਹਾ ਸਿਆਣਪ ਨਾਲ ਸੋਚਣ। ਬੀਜੇਪੀ ਵੋਟ ਬੈਂਕ ਪੂਰੇ ਇੰਡੀਆ 'ਚ ਬਹੁਤ ਮਾਈਨਸ ਹੋ ਸਕਦਾ ਇਹਦੇ ਨਾਲ, ਕਿਉਂਕਿ ਸਾਰੇ ਪਿੰਡਾਂ ਤੱਕ ਲੋਕੀ ਇਹਦੇ ਖਿਲਾਫ ਹੋ ਜਾਣਗੇ। ਦੂਸਰਾ, ਅੰਤਰਰਾਸ਼ਟਰੀ ਪੱਧਰ ਤੇ ਵੀ ਕੰਟਰੀ ਦਾ ਪੈਸਟ ਜਿਹੜਾ ਹੈਗਾ ਥੱਲੇ ਹੋਣੇ ਦੀ ਕਾਫੀ ਹੋ ਵੀ ਗਿਆ ਤੇ ਹੋਰ ਗਾਂਹ ਹੋਏਗਾ ਹਿਊਮਨ ਰਾਈਟਸ ਦੇ ਮਾਮਲੇ 'ਚ। ਦੇਖੋ, ਇਹ ਬਹੁਤ ਵੱਡੀ ਗੱਲ ਹੈ ਵੀ ਸਾਰੀ ਦੁਨੀਆ ਦੀਆਂ ਪਾਰਲੀਮੈਂਟ ਦੇ ਵਿੱਚ, ਜਿਹੜੀਆਂ ਮੇਜਰ ਕੰਟਰੀਜ਼ ਦੀ ਪਾਰਲੀਮੈਂਟ ਦੇ ਵਿੱਚ ਇੰਡੀਆ ਦੇ ਫਾਰਮਰਸ ਦਾ ਇਸ਼ੂ ਡਿਸਕਸ ਹੋਇਆ। ਹਾਂਜੀ। ਔਰ ਡਿਸਕਸ ਹੋਣ ਤੋਂ ਬਾਅਦ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕੀਤਾ ਗਿਆ, ਮੋਦੀ ਗਵਰਨਮੈਂਟ ਨੂੰ, ਔਰ ਕਿਹਾ ਗਿਆ ਵੀ ਇਹ ਉਹਨਾਂ ਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਜਾ ਰਹੀ ਆ। ਉਹ ਮੁਜ਼ਾਹਰਾ ਕਰਨ ਗਏ, ਉਹਨਾਂ ਦੇ ਰਸਤੇ ਰੋਕ ਲਏ ਗਏ, ਖਾਈਆਂ ਪੁੱਟ ਲਈਆਂ, ਸੜਕਾਂ ਪੁੱਟ ਦਿੱਤੀਆਂ ਗਈਆਂ ਵੀ ਤੁਸੀਂ ਮੁਜ਼ਾਹਰਾ ਕਰ ਨਹੀਂ ਜਾ ਸਕਦੇ। ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਵੀ ਸੀ। ਚਲੋ ਉਹ ਪੁੱਜ ਗਏ, ਜੇ ਪੁੱਜ ਗਏ 4 ਮਹੀਨਿਆਂ ਤੋਂ ਤੁਹਾਡੇ ਹੀ ਸ਼ਹਿਰੀ ਬੈਠੇ ਆ ਨਾ ਹਿੰਦੁਸਤਾਨ ਦੇ। ਹਾਂਜੀ। ਉਹ ਠੰਡ 3 ਡਿਗਰੀ ਟੈਂਪਰੇਚਰ ਦੇ ਵਿੱਚ ਮੁਜ਼ਾਹਰੇ ਕਰ ਰਹੇ ਆ, ਤੁਸੀਂ ਉਹਨਾਂ ਦੀ ਗੱਲ ਵੀ ਸੁਣ ਨਹੀਂ ਸਕਦੇ, ਤੁਸੀਂ ਨਾ ਆਪਣੀ ਸਮਝਾ ਸਕੇ ਨਾ ਉਹਨਾਂ ਦੀ ਸਮਝ ਸਕੇ। ਹਾਂਜੀ। ਤੇ ਕਿੱਥੇ ਜਾ ਕੇ ਖੜੋਗੇ ਤੁਸੀਂ? ਮੈਨੂੰ ਤਾਂ ਇਦਾਂ ਲੱਗਦਾ ਹੈ ਬਈ ਬੀਜੇਪੀ ਦਾ ਤਾਂ ਪਲਾਨ ਸੀ ਨਾ ਵੀ ਅਸੀਂ ਸੁਖਬੀਰ ਨੂੰ ਵੀ ਪਰੇ ਕਰ ਦਿੱਤਾ, 22 ਦੇ ਵਿੱਚ ਅਸੀਂ ਰਾਜ ਭਾਗ ਸਾਂਭ ਲੈਣਾ ਪੰਜਾਬ ਦਾ। ਤੇ ਮੈਨੂੰ ਇਹ ਲੱਗਦਾ ਹੈ ਵੀ ਜਿਸ ਹਿਸਾਬ ਨਾਲ ਮੋਦੀ ਦੀ ਪਾਲਿਸੀ ਚੱਲ ਰਹੀ ਆ ਜਾਂ ਉਹਦੇ ਬੀਜੇਪੀ ਦੇ ਆਗੂ ਬੋਲ ਰਹੇ ਆ, ਕਿਤੇ ਨੌਬਤ ਇਹ ਨਾ ਆ ਜਾਵੇ ਪੰਜਾਬੀ ਇਹਨਾਂ ਦੀ ਰੋਟੀ ਬੇਟੀ ਦੀ ਸਾਂਝ ਹੀ ਖਤਮ ਕਰ ਦੇਣ, ਇਹਨਾਂ ਨਾਲ ਨਾਮ ਪਰਿਵਰਤਨ ਬਿੱਲ ਚਲਾ ਦੇਣ। ਹਾਂ, ਬਿਲਕੁਲ ਇਹ ਸੰਭਾਵਨਾ ਹੋ ਸਕਦੀ ਹੈ। ਤੇ ਫਿਰ ਇਹ ਸਰਕਾਰਾਂ ਕਿਹੜੀਆਂ ਬਣਾਉਣਗੇ? ਮੈਨੂੰ ਤਾਂ ਲੱਗਦਾ ਵੀ ਇਹ ਬੜੀ ਛੇਤੀ, ਜੇ ਕਿਸਾਨਾਂ ਦੀ ਨਾ ਸੁਣੀ ਗਈ, ਇਹ ਫੈਸਲਾ ਵੀ ਸ਼ਾਇਦ ਹੋ ਜਾਏ ਵੀ ਇਹਨਾਂ ਨਾਲ ਕੋਈ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ। ਹਾਂਜੀ ਹਾਂਜੀ ਹਾਂਜੀ। ਫਿਰ ਇਹਨੂੰ ਲੁਕਦਿਆਂ ਨੂੰ ਸਾਂਝ ਨਹੀਂ ਲੱਭਣੀ। ਹਾਂਜੀ, ਬਿਲਕੁਲ। ਇੱਕ ਜਿਹੜਾ ਇਹੋ ਜਿਹੜੀ ਐਗਰੀਕਲਚਰ ਪ੍ਰੋਡਿਊਸ ਦੀ ਇਹ ਬਹੁਤ ਵੱਡੀ ਮਾਰਕੀਟ ਹੈਗੀ ਆ, ਜਿਹੜੀ ਵਾਇਆ ਮੋਦੀ ਅੰਬਾਨੀ ਗਰੁੱਪ ਜਾਂ ਅਡਾਨੀ ਗਰੁੱਪ ਟਾਰਗੇਟ ਕਰਨਾ ਚਾਹੁੰਦੇ ਹੈਗੇ ਆ। ਕੋਈ ਇਸ ਤਰ੍ਹਾਂ ਦਾ ਆਲਟਰਨੇਟਿਵ ਨਹੀਂ ਹੋ ਸਕਦਾ ਇਸ ਨਵੇਂ ਵੈਂਚਰ ਵਿੱਚ? ਇਹ ਕਿਸਾਨਾਂ ਨੂੰ ਠੀਕ ਉਹਨਾਂ ਦੀ ਇਨਕਮ ਮਿਲ ਕੇ, ਮਤਲਬ ਇਹਦਾ ਜਿਹੜਾ ਇਹ ਖਦਸ਼ੇ ਹੈਗੇ ਵੀ ਸਾਡੀ ਸਸਤੀ ਰਹੇਗੀ 75 ਰੁਪਏ ਕਿਲੋ, ਫਿਰ ਆਟਾ ਆਏਗਾ, ਇਹ ਉਹਦੇ ਵਿੱਚ ਵੀ ਇਹਨਾਂ ਨੂੰ ਇਕੁਅਲੀ ਪਾਰਟਨਰ ਬਣਾਇਆ ਜਾਵੇ ਇਸ ਧੰਦੇ ਵਿੱਚ। ਦੇਖੋ ਜੀ ਭਾਰਤ ਸਾਹਿਬ, ਹਰ ਗੱਲ ਕਰਨ ਤੋਂ ਪਹਿਲਾਂ ਮਾਹੌਲ ਬਣਾਉਣਾ ਪੈਂਦਾ। ਹਾਂਜੀ। ਮਾਹੌਲ ਬਣਾਉਣ ਦੇ ਲਈ, ਉਹਨਾਂ ਨੂੰ ਸੈਟੀਸਫਾਈ ਕਰਨ ਦੇ ਲਈ ਪਹਿਲਾਂ ਤਾਂ ਤਿੰਨੇ ਹੀ ਜਿਹੜੇ 4-5 ਕਾਨੂੰਨ ਬਣਾਏ ਪੁੱਠੇ ਸਿੱਧੇ, ਇਹ ਸਾਰੇ ਵਿਡਰਾਅ ਕਰਨੇ ਪੈਣਗੇ। ਵਿਡਰਾਅ ਕਰਨ ਤੋਂ ਬਾਅਦ ਉਹਨਾਂ ਨਾਲ ਸਲਾਹ ਕਰਕੇ, ਹਾਂਜੀ, ਜੇ ਐਗਰੀਕਲਚਰਲ ਪਾਲਿਸੀ ਬਣਾਉਣੀ ਤਾਂ ਕਿਸਾਨਾਂ ਲਈ ਆ ਨਾ, ਉਹਨਾਂ ਨਾਲ ਸਲਾਹ ਕਰਕੇ ਨਵਾਂ ਕਾਨੂੰਨ ਬਣਾ ਲੈਣ। ਹਾਂਜੀ, ਉਹਨਾਂ ਨਾਲ ਸਲਾਹ ਕਰਕੇ ਨਵਾਂ ਕਾਨੂੰਨ ਬਣਾ ਲੈਣ, ਉਹਨਾਂ ਦੀ ਤਸੱਲੀ ਕਰਾਉਣ। ਨਾ ਤੁਸੀਂ ਰਾਜ ਸਭਾ 'ਚ ਬਹਿਸ ਕਰਾਉਂਦੇ ਹੋ, ਉੱਥੇ ਬਹਿਸ ਨਹੀਂ ਹੋਈ, ਬਸ ਜੀ ਵੌਇਸ ਵੋਟ ਦੇ ਨਾਲ ਉੱਥੇ ਪਾਸ ਕਰ ਦਿਓ। ਫਿਰ ਜਿਨ੍ਹਾਂ ਲਈ ਤੁਸੀਂ ਕਾਨੂੰਨ ਬਣਾ ਰਹੇ ਉਹਨਾਂ ਕੋਲ ਫੀਡਬੈਕ ਨਹੀਂ ਲਿਆ ਕਿਸੇ ਕੋਲ। ਹਾਂਜੀ ਹਾਂਜੀ। ਤੁਸੀਂ ਘੱਟੋ ਘੱਟ ਇੱਕ ਵਾਰੀ ਸ਼ਾਂਤ ਮਾਹੌਲ ਕਰਨ ਦੇ ਲਈ ਜਿਹੜੇ ਇਹ ਕਾਨੂੰਨਾਂ ਨੂੰ ਕਿਸਾਨ ਕਾਲੇ ਕਾਨੂੰਨ ਸਮਝਦਾ, ਉਹਨਾਂ ਨੂੰ ਵਿਡਰਾਅ ਕਰੋ। ਵਿਡਰਾਅ ਕਰਨ ਤੋਂ ਬਾਅਦ ਮਾਹੌਲ ਸਿਰਜੋ, ਉਹਨਾਂ ਨੂੰ ਕਹੋ ਅਸੀਂ ਨਵਾਂ ਕਾਨੂੰਨ ਲਿਆਵਾਂਗੇ, ਤੁਹਾਡੀ ਸਲਾਹ ਨਾਲ ਲਿਆਵਾਂਗੇ। ਕਿੱਡੀ ਕੁ ਵੱਡੀ ਗੱਲ ਹੈ। ਬਿਲਕੁਲ ਬਿਲਕੁਲ। ਇਹ ਸ਼ਾਇਦ ਇਹਦੇ ਤੇ ਜਿਹੜੀ ਐਜੀਟੇਸ਼ਨ ਹਟ ਸਕਦੀ ਹੈਗੀ। ਇੱਕ ਪੌਰ ਸਾਹਿਬ, ਤੁਸੀਂ ਵਿੱਚ ਗੱਲ ਕੀਤੀ ਸੀ ਮੋਦੀ ਸਾਹਿਬ ਦੇ ਜਿੰਨਾ 6-7 ਸਾਲ ਦਾ ਰੂਲ ਹੈਗਾ, ਮੇਰੇ ਖਿਆਲ ਬਹੁਤ ਸਾਰੀਆਂ ਜਿੰਨੀਆਂ ਪਬਲਿਕ ਅੰਡਰਟੇਕਿੰਗ ਹੈਗੀਆਂ ਜੋ ਸਰਕਾਰੀ ਸੀ, ਉਹ ਸਾਰੀਆਂ ਪ੍ਰਾਈਵੇਟਾਈਜ਼ ਹੋ ਰਹੀਆਂ। ਜਿਹੜਾ ਸਰਕਾਰ ਦਾ ਨੈਟ ਪ੍ਰੋਫਿਟ ਉਹ ਪ੍ਰਾਈਵੇਟ ਹੱਥਾਂ ਵਿੱਚ ਜਾਣੇ ਦੀ ਸੰਭਾਵਨਾ ਵੱਧ ਗਈ। ਪਹਿਲਾਂ ਬਹੁਤ ਸਾਰੇ ਲੋਕੀ ਕਾਂਗਰਸ ਸਰਕਾਰਾਂ ਦੀ ਕਾਰਗੁਜ਼ਾਰੀ, ਪਰ ਕਾਂਗਰਸ ਸਰਕਾਰਾਂ ਵੇਲੇ ਇੰਨੀ ਉਹ ਜਿਹੜੀ ਪ੍ਰਾਈਵੇਟ ਹੱਥਾਂ ਨੂੰ ਕੋਈ ਸਰਕਾਰੀ ਕੰਪਨੀਆਂ ਜਾਂ ਵੱਡੇ ਵੱਡੇ ਨਹੀਂ ਵੇਚੀਆਂ ਗਈਆਂ ਹੈਗੀਆਂ। ਮੋਦੀ ਸਾਹਿਬ ਦੀ ਓਵਰਆਲ ਤੁਸੀਂ 5-6 ਸਾਲ ਦੀ ਕਾਰਗੁਜ਼ਾਰੀ, ਇਹ ਦੇਸ਼ ਦੇ ਹਿੱਤ ਵਿੱਚ ਹੈ ਕਿ ਜਾਂ ਦੇਸ਼ ਨੂੰ ਡੋਬ ਕੇ ਜਾਣਗੇ ਮੋਦੀ ਸਾਹਿਬ? ਦੇਖੋ, ਮੈਂ ਕਈ ਵਾਰੀ ਗੱਲ ਕਰਦਾ, ਹੁਣ ਜਿੱਦਾਂ APMC ਦੀ ਗੱਲ ਕਰਦੇ ਨੇ ਮੋਦੀ ਸਾਹਿਬ ਦੇ ਸਾਰੇ ਵਜ਼ੀਰ, ਉਹ ਕਹਿੰਦੇ ਜੀ ਅਸੀਂ APMC ਬੰਦ ਥੋੜੀ ਕੀਤੀ ਹੈ, APMC ਵੀ ਪੈਰਲਲ ਚੱਲਣੀ ਹੈ, ਪ੍ਰਾਈਵੇਟ ਮੰਡੀ ਵੀ ਚੱਲਣੀ ਹੈ। ਮੈਂ ਉਹਨਾਂ ਨੂੰ ਬਾਰ-ਬਾਰ ਸਵਾਲ ਪੁੱਛਦਾ ਵੀ ਤੁਸੀਂ ਜਿਸ ਦਿਨ ਐਜੂਕੇਸ਼ਨ ਨੂੰ ਪ੍ਰਾਈਵੇਟ ਕੀਤਾ ਨਾ, ਐਜੂਕੇਸ਼ਨ ਸਟੇਟ ਸਬਜੈਕਟ ਹੈ, ਸਟੇਟ ਨੇ ਪ੍ਰੋਵਾਈਡ ਕਰਨੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ, ਹੈਲਥ ਸਟੇਟ ਨੇ ਪ੍ਰੋਵਾਈਡ ਕਰਨੀ ਹੈ, ਸੋਸ਼ਲ ਸਿਕਿਉਰਿਟੀ ਸਟੇਟ ਨੇ ਪ੍ਰੋਵਾਈਡ ਕਰਨੀ ਹੈ।
ਤੁਸੀਂ ਜਿਸ ਦਿਨ ਪ੍ਰਾਈਵੇਟ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਨਾ, ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜਸ ਸ਼ੁਰੂ ਕੀਤੇ, ਯੂਨੀਵਰਸਿਟੀ ਐਕਟ ਬਣਾਉਣੇ ਸ਼ੁਰੂ ਕਰ ਦਿੱਤੇ ਪ੍ਰਾਈਵੇਟ, ਤੁਸੀਂ ਇਹ ਕਹਿੰਦੇ ਸੀ ਅਸੀਂ ਕਿਹੜਾ ਸਰਕਾਰੀ ਬੰਦ ਕਰ ਦਿੱਤੀ। ਤੁਸੀਂ ਜਿਸ ਦਿਨ ਹੈਲਥ ਨੂੰ ਪ੍ਰਾਈਵੇਟਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਵੱਡੇ ਵੱਡੇ ਘਰਾਣਿਆਂ ਨੂੰ ਦੇਤੇ ਵੱਡੇ ਵੱਡੇ ਹਸਪਤਾਲ, ਤੁਸੀਂ ਉਸ ਦਿਨ ਵੀ ਕਹਿੰਦੇ ਸੀ ਅਸੀਂ ਸਰਕਾਰੀ ਹਸਪਤਾਲ ਬੰਦ ਥੋੜੀ ਕੀਤੇ। ਤੁਸੀਂ ਜਿਸ ਦਿਨ ਟਰਾਂਸਪੋਰਟ ਸਾਰੀ ਜਿਹੜੀ ਪਬਲਿਕ ਟਰਾਂਸਪੋਰਟ ਨੂੰ ਪ੍ਰਾਈਵੇਟ ਦੇ ਵਿੱਚ ਕਨਵਰਟ ਕੀਤਾ, ਤੁਸੀਂ ਉਸ ਦਿਨ ਵੀ ਕਹਿੰਦੇ ਸੀ ਸਰਕਾਰੀ ਵੀ ਚੱਲਣਗੀਆਂ ਜੀ। ਸਵਾਲ ਤਾਂ ਇਹ ਹੈ ਵੀ ਤੁਸੀਂ ਬੰਦ ਨਹੀਂ ਕੀਤੀਆਂ, ਪ੍ਰਾਈਵੇਟ ਵੀ ਕਰਤੀਆਂ। ਹੁਣ ਸਵਾਲ ਇਹ ਹੈ ਵੀ ਉਹ ਕਾਰਨ ਤਾਂ ਲੱਭੋ ਨਾ। ਸਰਕਾਰੀ ਹਸਪਤਾਲ ਹੈਗਾ, ਦਵਾਈ ਲੈਣ ਕੋਈ ਨਹੀਂ ਜਾਂਦਾ। ਸਰਕਾਰੀ ਸਕੂਲ ਤਾਂ ਹੈਗਾ, ਬੱਚੇ ਪੜ੍ਹਾਉਣ ਕੋਈ ਨਹੀਂ ਜਾਂਦਾ। ਸਰਕਾਰੀ ਬੱਸਾਂ ਹੈਗੀਆਂ, ਬੈਠਣ ਲੱਗਾ ਕਹਿੰਦਾ ਯਾਰ ਮੈਂ ਨਹੀਂ ਬਹਿਣਾ, ਮੇਰੀ ਤਾਂ ਪੈਂਟ ਪਾਟ ਜਾਣੀ ਉਹਦੇ। ਇਹ ਤਾਂ ਲੱਭੋ ਨਾ ਸਰਕਾਰੀ। ਇਹੀ ਹਾਲ ਇੱਥੇ ਹੋਣਾ ਵੀ ਜਦੋਂ ਪ੍ਰਾਈਵੇਟਾਈਜ਼ ਹੋ ਗਿਆ, ਉਹਨਾਂ ਨੇ ਸਾਲ 2 ਸਾਲ ਸਹੂਲਤਾਂ ਦੇ ਕੇ ਹੁਣ ਪ੍ਰਾਈਵੇਟ, ਤੁਸੀਂ ਆਪਾਂ ਸਾਰੇ ਦੁਨੀਆ 'ਚ ਹੀ ਰਹਿੰਦੇ ਹਾਂ ਨਾ, ਜੇ ਹਸਪਤਾਲ ਹੈਗਾ ਸਰਕਾਰੀ ਤਾਂ ਡਾਕਟਰ ਹੈ ਨਹੀਂ, ਡਾਕਟਰ ਹੈਗਾ ਤਾਂ ਦਵਾਈ ਹੈ ਨਹੀਂ। ਇਹੀ ਹਾਲ APMC ਦਾ ਹੋਏਗਾ। ਇੱਕ ਭੌਰ ਸਾਹਿਬ, ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ, ਮੈਂ ਤੁਹਾਡੇ ਬੱਚੇ ਵੀ ਬਾਹਰ ਹੈਗੇ, ਮੈਂ ਵੀ ਬਾਹਰ ਜਾਂਦਾ ਰਹਿਣਾ, ਬਾਹਰਲੇ ਕੰਟਰੀ ਜਿਹੜੇ ਆ ਉਹ ਆਪਣੇ ਸਿਟੀਜ਼ਨ ਦੀ, ਚਾਹੇ ਗਲਤ ਵੀ ਕੋਈ ਸਿਟੀਜ਼ਨ ਹੋਵੇ, ਈਵਨ ਜਿਹੜੇ ਵੱਧ ਤੋਂ ਵੱਧ ਜੇਲ੍ਹ ਵਿੱਚ ਪਾ ਦਿਓ, ਉੱਥੇ ਵੀ ਇੰਨੀਆਂ ਸਹੂਲਤਾਂ ਦਿੰਦੇ, ਸਿਟੀਜ਼ਨ ਦੀ ਬਹੁਤ ਕਦਰ ਕਰਦੇ ਆ। ਪਰ ਸਾਡੇ ਇੱਕ ਸ਼ਾਇਦ ਇੰਡੀਆ ਇਹੋ ਕੰਟਰੀ ਹੋਏਗਾ ਜਿੱਥੇ ਸਿਟੀਜ਼ਨ ਦੀ, ਉਹ ਵੀ ਵੈਲਿਊਏਬਲ ਸਿਟੀਜ਼ਨ ਦੀ ਸਭ ਤੋਂ ਜ਼ਿਆਦਾ ਬੇਕਦਰੀ ਆ। ਇਹਦੇ ਤੇ ਸਰਕਾਰਾਂ ਨੂੰ ਅਕਲ ਕਦੋਂ ਆਏਗੀ? ਦੇਖੋ, ਮੈਨੂੰ ਭਾਰਤ ਸਾਹਿਬ ਮੈਂ ਬੜਾ ਆਸਵੰਦ ਹਾਂ, ਜਿਹੜੀ ਆ ਮੂਵਮੈਂਟ ਸ਼ੁਰੂ ਹੋਈ ਹੈ ਨਾ ਕਿਸਾਨ ਵਿਰੋਧੀ ਐਕਟ ਦੇ ਬਾਰੇ, ਇਸ ਨੂੰ ਪੋਲੀਟੀਕਲ ਬੰਦਿਆਂ ਨੇ ਹੈਂਡਲ ਨਹੀਂ ਕੀਤਾ, ਕਿਰਤੀ ਬੰਦਿਆਂ ਨੇ ਹੈਂਡਲ ਕੀਤਾ। ਇਹ ਇੱਕ ਬਹੁਤ ਅੱਛਾ ਪਲੱਸ ਪੁਆਇੰਟ ਹੋ ਗਿਆ। ਅੱਛਾ, ਦੂਜੀ ਵੱਡੀ ਗੱਲ ਇਹ ਹੈ, ਇਹਦੇ 'ਚ ਨੌਜਵਾਨੀ ਨੇ ਬਹੁਤ ਅੱਛੀ ਪਾਰਟਿਸਿਪੇਸ਼ਨ ਕੀਤੀ, ਚਾਹੇ ਉਹ ਸੇਵਾ ਦਾ ਖੇਤਰ ਸੀ, ਚਾਹੇ ਸਰਕਾਰ ਦੇ ਕੋਲ ਗੱਲ ਰੱਖਣ ਦੀ ਮਨਸ਼ਾ ਸੀ, ਜਾਂ ਉਹਨਾਂ ਨੇ ਸਾਰਾ ਮੈਨੇਜਮੈਂਟ ਸੀ, ਉਹ ਨੌਜਵਾਨ ਬੱਚਿਆਂ ਨੇ ਬਹੁਤ ਵੱਡੇ ਪੱਧਰ ਤੇ ਕੀਤਾ। ਔਰ ਇਹ ਗੁੱਡ ਸਾਈਨਸ ਆ ਵੀ ਇਸ ਸੰਘਰਸ਼ ਦੇ ਵਿੱਚੋਂ ਮੈਨੂੰ ਲੱਗਦਾ ਇਹ ਆ ਵੀ ਜਿਹੜਾ ਪੋਲੀਟੀਕਲ ਲੋਕਾਂ ਨੂੰ ਮਾਈਨਸ ਕਰ ਦਿੱਤਾ ਉਹਨਾਂ ਨੇ, ਜਿਹੜੀ ਫੈਮਿਲੀ ਪੋਲਿਟਿਕਸ ਮਾਈਨਸ ਕਰ ਦਿੱਤੀ, ਲੋਕਾਂ ਨੂੰ ਮੂਹਰੇ ਨਹੀਂ ਆਉਣ ਦਿੱਤਾ, ਰਾਜਨੀਤਿਕ ਬੰਦਿਆਂ ਨੂੰ ਗਿਆ ਨੂੰ ਧੱਕੇ ਮਾਰੇ। ਮੈਨੂੰ ਇਹ ਲੱਗਦਾ ਰਾਜਨੀਤਿਕ ਮਾਹੌਲ ਵੀ ਆਉਣ ਵਾਲੇ ਸਮੇਂ 'ਚ ਬਦਲ ਜਾਣਾ। ਔਰ ਇਹ ਪਹਿਲਾਂ ਵਿੱਚ ਜਿਹੜੇ ਜੰਮਣ ਵਾਲੇ ਰਾਜੇ ਆ ਨਾ, ਜਿਹੜੇ ਰਾਜਿਆਂ ਰਾਣੀਆਂ ਦੀਆਂ ਕੁੱਖਾਂ ਤੋਂ ਰਾਜੇ ਜੰਮਦੇ ਸੀ, ਹੁਣ ਉਹ ਵੀ ਕੰਮ ਬੰਦ ਹੋ ਜਾਣਾ। ਕੁੱਲੀਆਂ 'ਚ ਉੱਠ ਕੇ ਲੀਡਰ ਬਣਨਗੇ, ਇਹ ਕਿਸਾਨ ਦੇ ਬੱਚੇ ਲੀਡਰ ਬਣਨਗੇ, ਕਿਰਤੀਆਂ ਦੇ ਬੱਚੇ ਲੀਡਰ ਬਣਨਗੇ, ਤੇ ਉਹ ਲੀਡਰ ਬਣ ਕੇ ਜਿਨ੍ਹਾਂ ਨੂੰ ਸਮਝਿਆ ਸੋਝੀ ਆ, ਜਿਨ੍ਹਾਂ ਨੇ ਕੇਂਦਰ ਸਰਕਾਰ ਦੇ IAS ਅਫਸਰਾਂ ਦਾ 8-8 ਘੰਟੇ ਮੀਟਿੰਗਾਂ ਕਰਾ ਕੇ ਉਹਨਾਂ ਨੂੰ ਕੋਈ ਲਾਜਵਾਬ ਕਰ ਦਿੱਤਾ, ਉਹ ਲੋਕ ਹੁਣ ਰਾਜਨੀਤੀ ਵਿੱਚ ਆਉਣਗੇ। ਤੇ ਜਦੋਂ ਉਹ ਲੋਕ ਰਾਜਨੀਤੀ ਵਿੱਚ ਆਉਣਗੇ, ਫਿਰ ਮੁਲਕ ਦੀ ਕਿਸਮਤ ਆਸ ਕਰਦੇ ਆ ਇੱਕ ਇਹਦਾ ਕਿਸਾਨੀ ਸਟਰਗਲ ਦਾ ਬਹੁਤ ਵੱਡਾ ਇੱਕ ਪੋਜ਼ਿਟਿਵ ਇੰਪੈਕਟ ਆਇਆ। ਆਸ ਕਰਦੇ ਆ ਪੰਜਾਬ ਵਿੱਚ ਜਾਂ ਹੋਰ ਸਟੇਟਾਂ ਵਿੱਚ, ਸਪੈਸ਼ਲੀ ਕੰਟਰੀ ਵਿੱਚ ਵੀ ਇਹ ਜਿਹੜੇ ਕਿਸਾਨ ਲੀਡਰ ਆ ਕੁਝ ਵੱਡਾ ਇੱਕ ਆਲਟਰਨੇਟਿਵ, ਪੋਲੀਟੀਕਲ ਆਲਟਰਨੇਟਿਵ ਦੇਣਗੇ ਔਰ ਐਗਜ਼ਿਸਟਿੰਗ ਸਰਕਾਰਾਂ ਨਾਲੋਂ ਵਧੀਆ ਕਾਰਗੁਜ਼ਾਰੀ ਕਰਕੇ ਦਿਖਾਣਗੇ। ਇੱਕ ਆਖਰ ਵਿੱਚ ਭੌਰ ਸਾਹਿਬ, ਪ੍ਰਾਈਮ ਮਿਨਿਸਟਰ ਮੋਦੀ ਨੂੰ ਤੇ ਕਿਸਾਨਾਂ ਨੂੰ ਅਪੀਲ ਕਰ ਦਿਓ ਇਹ ਮਸਲਾ ਕਿਸੇ ਤਰੀਕੇ ਨਾਲ ਜਲਦੀ ਤੋਂ ਜਲਦੀ, ਕਿਉਂਕਿ ਇਨਹਿਊਮਨ ਸਰਦੀ ਬਹੁਤ ਜ਼ਿਆਦਾ, ਜਿਵੇਂ 3 ਡਿਗਰੀ ਮਾਈਨਸ ਜਿਹੜਾ ਹੈਗਾ ਟੈਂਪਰੇਚਰ ਵਿੱਚ, ਜਿੰਨੀ ਮਰਜ਼ੀ ਰਜਾਈ ਲੈ ਕੇ ਸੋ ਜਾਓ, ਵੈਸੇ ਹੀ ਬੰਦਾ ਅੱਧਾ ਤਾਂ ਸਰੀਰ ਸੁੱਕ ਜਾਂਦਾ ਹੈਗਾ। ਇਹ ਅਪੀਲ ਜ਼ਰੂਰ ਕਰ ਦਿਓ। ਦੇਖੋ, ਇਹ ਹੁਣ ਦੁਨੀਆ ਦੇ ਸਾਹਮਣੇ ਆ ਗਈ ਸਾਰੀ ਗੱਲ। ਜੇ ਕਿਸਾਨ ਗਲਤ ਹੁੰਦੇ, ਕਿਸਾਨ ਝੂਠ ਬੋਲਦੇ ਹੁੰਦੇ, ਤਾਂ ਮੋਦੀ ਸਾਹਿਬ ਨੂੰ ਉਹਨਾਂ ਦੇ ਦੱਸਣ ਮੁਤਾਬਕ 99% ਅਮੈਂਡਮੈਂਟ ਨਾ ਪ੍ਰਪੋਜ਼ ਕਰਨੀਆਂ ਪੈਂਦੀਆਂ। ਇਹਦਾ ਮਤਲਬ ਕਿਸਾਨਾਂ ਦਾ ਪੱਖ ਠੀਕ ਸੀ। ਪੱਖ ਠੀਕ ਕਰਕੇ ਹੀ ਉਹਨਾਂ ਨੇ ਇੰਨੀਆਂ ਤਬਦੀਲੀਆਂ ਕੀਤੀਆਂ ਨਾ ਕਾਨੂੰਨਾਂ 'ਚ ਪਾਸ ਕਰਨ ਤੋਂ ਬਾਅਦ ਵੀ। ਇਹਦਾ ਮਤਲਬ ਇਹ ਹੈ ਵੀ ਉਹ ਕਾਹਲੀ ਵਿੱਚ ਪਾਸ ਕੀਤੇ ਗਏ ਕਾਨੂੰਨ ਹੈ, ਔਰ ਬਿਨਾਂ ਰਾਏਸ਼ੁਮਾਰੀ ਤੋਂ, ਬਿਨਾਂ ਉਸ ਜਿਹੜੀ ਧਿਰ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਆ ਉਹਦੇ ਨਾਲ ਸਲਾਹ ਕੀਤੇ ਤੋਂ ਪਾਸ ਕੀਤੇ ਗਏ ਕਾਨੂੰਨ ਹੈ। ਇਸ ਲਈ ਮੋਦੀ ਸਾਹਿਬ ਨੂੰ ਇਹ ਚਾਹੀਦਾ ਹੈ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਆ, ਉਹ ਸਾਡੇ ਦੇਸ਼ ਦੇ ਸ਼ਹਿਰੀ ਆ ਸਾਰੇ, ਜਿਹੜੇ ਲੱਖਾਂ ਦੀ ਗਿਣਤੀ 'ਚ ਬੈਠੇ ਆ, ਉਹਨਾਂ ਦਾ ਦੁੱਖ ਦਰਦ ਸਮਝਣ, ਇਹਨਾਂ ਕਾਨੂੰਨਾਂ ਨੂੰ ਫੌਰੀ ਤੌਰ ਤੇ ਵਾਪਸ ਲੈਣ, ਕਿਸਾਨਾਂ ਨੂੰ ਭਰੋਸਾ ਦਿਵਾਉਣ ਬਈ ਮੈਂ ਤੁਹਾਡੀ ਬਿਹਤਰੀ ਚਾਹੁੰਦਾ, ਤੁਹਾਡੀ ਬਿਹਤਰੀ ਦੇ ਲਈ ਤੁਹਾਡਾ ਮਾਰਕੀਟਿੰਗ ਸਿਸਟਮ ਠੀਕ ਕਰਨਾ ਚਾਹੁੰਦਾ, ਤੁਹਾਡਾ ਪ੍ਰੋਕਿਉਰਮੈਂਟ ਸਿਸਟਮ ਠੀਕ ਕਰਨਾ ਚਾਹੁੰਦਾ, ਤੁਸੀਂ ਮੈਨੂੰ ਰਾਏ ਦਿਓ, ਆਪਾਂ ਰਲ ਕੇ ਵਧੀਆ ਨਵਾਂ ਕਾਨੂੰਨ ਬਣਾ ਲੈਂਦੇ। ਇੱਕ
ਲਾਸਟ ਸਵਾਲ ਇਹਦੇ ਤੋਂ ਪੌਰ ਸਾਹਿਬ ਨਿਕਲਦਾ, ਜੇ ਮੋਦੀ ਸਾਹਿਬ ਇਹ ਕਾਨੂੰਨ ਵਿਦਡਰਾ ਕਰਨ ਲਈ ਮੰਨ ਜਾਂਦੇ ਹੈਗੇ, ਆਪਾਂ ਆਸ ਕਰਦੇ ਹਾਂ ਕਿ ਮੋਦੀ ਸਾਹਿਬ ਦਾ ਪੋਲੀਟੀਕਲ ਕੱਦ ਥੱਲੇ ਹੋਏਗਾ ਕਿ ਵਧੇਗਾ? ਦੇਖੋ, ਜੇ ਰਾਜਨੀਤਿਕ ਤੌਰ ਤੇ ਜਿਹੜੇ ਬੰਦੇ ਆਪਣਾ ਹਿੰਡ ਪਕਾਉਣ ਦੀ ਗੱਲ ਕਰਦੇ ਆ ਨਾ, ਆਪਣੀ ਗੱਲ ਧੱਕੇ ਨਾਲ ਬਣਾਉਣ ਦੀ ਗੱਲ ਕਰਦੇ ਆ, ਉਹ ਕਦੀ ਬਹੁਤੀ ਦੇਰ ਲੀਡਰ ਨਹੀਂ ਬਣੇ ਰਹਿ ਸਕਦੇ। ਰਾਜਨੀਤਿਕ ਤੌਰ ਤੇ ਉਹ ਬੰਦੇ ਕਾਮਯਾਬ ਹੁੰਦੇ ਜਿਹੜੇ ਲੋਕਾਂ ਦੇ ਦਿਲ 'ਚ ਵਸਦੇ। ਵਾਹ ਵਾਹ ਵਾਹ, ਹਾਂਜੀ। ਉਹ ਦਿਲ 'ਚ ਵਸਣ ਦੇ ਲਈ ਉਹਨਾਂ ਨੂੰ ਆਪਣੇ ਲੋਕਾਂ ਦਾ ਭਰੋਸਾ ਜਿੱਤਣਾ ਪੈਣਾ। ਤੇ ਭਰੋਸਾ ਜਿੱਤਣ ਤੋਂ ਬਾਅਦ ਉਹਨਾਂ ਨਾਲ ਰਹਿ ਲੈਣੀ, ਉਹਨਾਂ ਨਾਲ ਕਰਨ ਰਾਏ ਵੀ ਅਸੀਂ ਇਹ ਕਾਨੂੰਨ ਵਾਪਸ ਲੈ ਲੈਣੇ, ਪਰ ਮੈਂ ਤੁਹਾਡੀ ਬਿਹਤਰੀ ਚਾਹੁੰਦਾ, ਤੁਸੀਂ ਦੱਸੋ ਕਿੱਦਾਂ ਬਿਹਤਰੀ ਹੋ ਸਕਦੀ ਆ। ਉਹ ਸਲਾਹ ਕਰਕੇ ਕਾਨੂੰਨ ਬਣਾ ਲੈਣ। ਉਹਨਾਂ ਦਾ ਰਾਜਨੀਤਿਕ ਜੀਵਨ ਵੀ ਸੁਰੱਖਿਅਤ ਰਹੇਗਾ, ਉਹਨਾਂ ਦੀ ਪਾਰਟੀ ਦਾ ਵੀ ਸੁਰੱਖਿਅਤ ਰਹੇਗਾ। ਤੇ ਟਕਰਾਅ ਦੇ ਵਿੱਚੋਂ ਖਾਸ ਕਰਕੇ ਪੰਜਾਬੀਆਂ ਦੀ ਇਹ ਫਿਤਰਤ ਹੈ, ਇਹ ਕਿਸੇ ਦੀ ਟੈ ਨਹੀਂ ਹੁੰਦੀ। ਇਹ ਜਦੋਂ ਅੜ ਜਾਣ ਤੇ ਫਿਰ ਇਹ ਪ੍ਰਭਾਵ ਵੀ ਨਹੀਂ ਕਰਦੇ। ਇਹਨਾਂ ਨੇ ਲੀਡ ਲਈ ਆ, ਮੁਲਕ ਨੂੰ ਅੱਗੇ ਸਾਰੀ ਗੱਲ ਸਮਝਾਈ ਆ, ਮੁਲਕ ਦੇ ਕਿਸਾਨ ਇਹਨਾਂ ਦੇ ਨਾਲ ਆ ਗਏ। ਕੋਈ ਰਾਜਸਥਾਨ ਤੋਂ ਤੁਰਿਆ, ਕੋਈ ਮੱਧ ਪ੍ਰਦੇਸ਼ ਤੋਂ ਤੁਰਿਆ, ਕੋਈ ਯੂਪੀ ਤੋਂ, ਕੋਈ ਉੱਤਰਾਖੰਡ ਤੋਂ, ਦੂਰੋਂ ਦੂਰੋਂ ਕਿਸਾਨ ਆ ਕੇ ਇਸ ਸੰਘਰਸ਼ ਦਾ ਹਿੱਸਾ ਬਣ ਗਏ। ਤੇ ਇੰਨੇ ਲੋਕਾਂ ਨੂੰ ਇਹ ਤਾਂ ਹੈ ਨਹੀਂ ਵੀ ਸਮਝ ਨਹੀਂ ਹੈ, ਜਿਹੜੇ ਪਾਲੇ ਮਰ ਰਹੇ ਠੰਡ 'ਚ ਬੈਠੇ, ਸਮਝ ਕਰਕੇ ਚੰਗੇ ਮਾੜੇ ਦੀ ਤਾਂ ਹੀ ਉਹ ਬੈਠੇ, ਉਹਨਾਂ ਦੀ ਤਸੱਲੀ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ। ਸੋ ਮੋਦੀ ਸਾਹਿਬ ਨੂੰ ਇਹ ਬੇਨਤੀ ਹੈਗੀ ਆ, ਮੋਦੀ ਸਾਹਿਬ ਇਹ ਕਾਨੂੰਨ ਵਿਦਡਰਾ ਕਰਕੇ ਉਹਨਾਂ ਦਾ ਜਿਹੜਾ ਹਰ ਕਿਸਾਨ ਦੇ ਦਿਲ ਵਿੱਚ ਵੱਡਾ ਇੱਕ ਵਾਸਾ ਹੋਏਗਾ, ਤੇ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਨਾਲ ਮਿਲ ਕੇ ਜਿਸ ਤਰ੍ਹਾਂ ਦੇ ਵੀ ਕੋਈ ਉਹ ਚਾਹੁੰਦੇ ਹੈਗੇ ਉਸ ਤਰ੍ਹਾਂ ਦੇ ਕਾਨੂੰਨ ਜ਼ਰੂਰ ਬਣਾਉਣ, ਪਹਿਲ ਕਰਨ। ਔਰ ਸਾਹਿਬ ਤੁਸੀਂ ਸਾਡੇ ਨਾਲ ਆਨਲਾਈਨ ਜੁੜੇ, ਬਹੁਤ ਅੱਛੀਆਂ ਗੱਲਾਂ ਕੀਤੀਆਂ ਹੈਗੀਆਂ। ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਟ੍ਰੇਡ ਬਾਰੇ ਵੀ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ, ਕਿਸਾਨਾਂ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਹੈਗਾ। ਬਹੁਤ ਬਹੁਤ ਮਿਹਰਬਾਨੀ। ਗਾਂ ਵੀ ਅਸੀਂ ਕਦੀ ਕਦੀ ਇਕੱਠੇ ਹੋਇਆ ਕਰਾਂਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ ਸਰ। ਧੰਨਵਾਦ ਸਰ।